ਅੱਜ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੁੰਦੀ ਹੈ। ਪੰਚਾਇਤੀ ਸੰਸਥਾਵਾਂ ਨੂੰ ਭੰਗ ਕਰਨ ਦੇ ਖਿਲਾਫ ਪੰਚਾਇਤ ਯੂਨੀਅਨ ਕੋਰਟ ਦੇ ਵਿੱਚ ਗਈ ਸੀਗੀ, ਜਿੱਥੇ 28 ਤਰੀਕ ਤੱਕ ਲਈ ਗਵਰਨਮੈਂਟ ਨੂੰ ਜਵਾਬ ਦਾਖਲ ਕਰਨਾ ਹੈ ਔਰ ਇਹਦੇ ਸੰਦਰਭ ਦੇ ਵਿੱਚ ਅਗਲੀ ਸੁਣਵਾਈ ਕਾਫੀ ਅਹਿਮ ਰਹਿਣ ਵਾਲੀ ਹੈ। ਵੈਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਆ ਔਰ ਇਹ ਪ੍ਰੈਸ ਕਾਨਫਰੰਸ ਅਚਨਚੇਤ ਹੁੰਦੀ ਆ। ਬਹੁਤ ਸਾਰੇ ਨਾਜ਼ੁਕ ਮਾਮਲਿਆਂ ਦੇ ਵਿੱਚ ਉਹ ਗੱਲ ਰੱਖਦੇ ਆ ਔਰ ਕਈ ਜਗ੍ਹਾ ਦੇ ਵਿੱਚ ਉਹ ਗੋਲ ਵੀ ਹੋ ਜਾਂਦੇ ਆ। ਮਾਮਲਾ ਅਗਲੇ ਸੈਸ਼ਨ ਨੂੰ ਲੈ ਕੇ, ਮੌਨਸੂਨ ਸੈਸ਼ਨ ਨੂੰ ਲੈ ਕੇ ਵੀ ਔਰ ਪਿਛਲੇ ਸੈਸ਼ਨ ਦੀ ਸੰਵਿਧਾਨਕਤਾ ਨੂੰ ਲੈ ਕੇ ਵੀ ਸੀਗਾ ਔਰ ਇਹਦੇ ਨਾਲ ਨਾਲ ਮੰਤਰੀ ਮੰਡਲ ਦੇ ਵਿੱਚ ਫਿਰ ਬਦਲ ਨੂੰ ਲੈ ਕੇ ਵੀ ਸਵਾਲ ਦਾ ਜਵਾਬ ਆਉਂਦਾ ਹੈ। ਪਰ ਇਸੇ ਦੌਰਾਨ ਚ ਜਿਹੜੀ ਜਾਂਚ ਪਠਾਨਕੋਟ ਚ ਚੱਲ ਰਹੀ ਹੈ, ਜਿਹਦੇ ਚ 2 ਮੰਤਰੀ ਸ਼ੱਕ ਦੇ ਦਾਇਰਿਆਂ ਚ ਹੈ ਕਿ ਉਹਨਾਂ ਨੂੰ ਵੱਖ ਕਰਕੇ ਜਾਂਚ ਹੋਰ ਨਿਰਪੱਖ ਨਹੀਂ ਸੀ ਹੋ ਸਕਦੀ। ਮੁੱਖ ਮੰਤਰੀ ਕਾਂਗਰਸ ਨਾਲ ਰਿਸ਼ਤਿਆਂ ਨੂੰ ਲੈ ਕੇ ਵੀ ਕਾਫੀ ਅਗਰੈਸਿਵ ਲੱਗਦੇ ਆ ਔਰ ਉਹ ਬਿਜਲੀ ਸਮਝੌਤਿਆਂ ਤੇ ਵੀ ਗੱਲ ਕਰ ਰਹੇ ਆ। ਇਹ ਮਾਮਲੇ ਕਾਫੀ ਸੰਵੇਦਨਸ਼ੀਲ ਨੇ, ਲੇਕਿਨ ਨੈਸ਼ਨਲ ਪੱਧਰ ਦੀ ਪੋਲਿਟਿਕਸ ਦੇ ਵਿੱਚ ਵੀ ਕਈ ਕੁਝ ਨਵਾਂ ਹੈ। ਰਾਜਸਥਾਨ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ ਹੈ। ਲੰਘੀ ਰਾਤ ਜਦੋਂ ਪ੍ਰਧਾਨ ਮੰਤਰੀ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਨਾਲ ਬੈਠਦੇ ਆ ਤਾਂ ਅੱਜ ਇੱਕ ਲਿਸਟ ਵੀ ਜਾਰੀ ਹੋ ਜਾਂਦੀ ਆ ਉਮੀਦਵਾਰਾਂ ਦੀ। ਸਵਾਲ ਅਗਲੀਆਂ 5 ਚੋਣਾਂ ਦਾ ਹੈ, ਜਿਹੜੀਆਂ ਵਿਧਾਨ ਸਭਾ ਦੀਆਂ 5 ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੇ। ਲੇਕਿਨ ਪੰਜਾਬ ਦੇ ਸੰਦਰਭ ਵਿੱਚ ਕੀ ਕੁਝ ਹੋ ਰਿਹਾ ਇਹਦੇ ਉੱਤੇ ਨਜ਼ਰਸਾਨੀ ਕਰਦੇ ਆ ਤੇ ਆਖਰ ਆਮ ਆਦਮੀ ਪਾਰਟੀ ਇੰਨੀ ਕੀਨ ਕਿਉਂ ਹੈ ਸਮਝੌਤੇ ਲਈ, ਸੀਟਾਂ ਦੀ ਵੰਡ ਨੂੰ ਲੈ ਕੇ ਔਰ ਉਹਦੀ ਹਮਲਾਵਰਤਾ ਦੇ ਮਾਇਨੇ ਕੀ ਲੈ ਜਾਣੇ, ਸਾਰੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਆ। ਮੇਰੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ, ਸੀਨੀਅਰ ਜਰਨਲਿਸਟ ਹਿਸਟੋਰੀਅਨ ਨੇ, ਔਰ ਇਹਨਾਂ ਦੇ ਨਾਲ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ, ਉੱਘੇ ਜਰਨਲਿਸਟ ਨੇ। ਮੈਂ ਸਮਝਣ ਦਾ ਯਤਨ ਕਰਦਾ ਹਾਂ। ਸਰਦਾਰ ਜਗਤਾਰ ਸਿੰਘ ਜੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਮੁੱਖ ਮੰਤਰੀ ਦੀ ਦੇਖੀ ਆ, ਬਰੀਕੀ ਨਾਲ ਉਹਦੇ ਅਰਥ ਸਮਝੇ ਆ, ਅੱਜ ਜਿਹੜੀ ਬਾਡੀ ਲੈਂਗੁਏਜ ਸੀ, ਸ਼ਬਦ ਚੋਣ ਸੀਗੀ, ਸਵਾਲਾਂ ਦੇ ਜਵਾਬਾਂ ਵੇਲੇ ਰੁਖ ਸੀਗਾ, ਇਹਨੂੰ ਤੁਸੀਂ ਕਿਵੇਂ ਸਮਝਿਆ? ਲੰਘੀ ਰਾਤ ਹੀ ਗਵਰਨਰ ਨੇ ਕਿਹਾ ਸੀਗਾ ਕਿ ਜਿਹੜੀਆਂ ਰਾਜ ਭਵਨ ਦੇ ਬਾਹਰ ਲੱਗੀਆਂ ਤੋਪਾਂ ਨੇ, ਇਹਨਾਂ ਤੋਂ ਭਗਵੰਤ ਮਾਨ ਨੂੰ ਲੱਗਦਾ ਡਰ ਆਉਂਦਾ ਹੈ, ਤੇ ਉਹਨਾਂ ਨੇ ਬਜ਼ੁਰਗ ਕਹਿ ਕੇ ਗੱਲ ਅੱਗੇ ਤੋਰੀ ਆ। ਵੈਸੇ ਤੁਸੀਂ ਕੀ ਸਮਝਿਆ ਤੇ ਕਿਵੇਂ ਸਮਝਿਆ? ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਹੋਰੀ ਕਾਫੀ ਦੇਰ ਚੰਡੀਗੜ੍ਹ 'ਚ ਖਾਸ ਕਰਕੇ ਮੀਡੀਆ ਨੂੰ ਅਵੋਇਡ ਕਰਦੇ ਹੁੰਦੇ ਸੀਗੇ। ਕਿਤੇ ਕਿਤੇ ਬਾਹਰ ਚੰਡੀਗੜ੍ਹ ਤੋਂ ਗੱਲਬਾਤ ਇਹ ਕਰ ਲੈਂਦੇ ਸੀ, ਲੇਕਿਨ ਹੁਣ ਇਹ ਟ੍ਰੈਂਡ ਥੋੜਾ ਜਿਹਾ ਰਿਵਰਸ ਹੋਇਆ। ਹੁਣ ਕਾਫੀ ਫਰੀਕੁਐਂਟਲੀ ਚੰਡੀਗੜ੍ਹ ਦੇ ਵਿੱਚ ਇਹ ਮੀਡੀਆ ਨਾਲ ਇੰਟਰੈਕਟ ਕਰਦੇ ਰਹਿੰਦੇ ਆ ਤੇ ਜ਼ਿਲ੍ਹਿਆਂ ਦੇ ਵਿੱਚ ਵੀ ਜਦੋਂ ਜਾਂਦੇ ਆ ਗੱਲਬਾਤ ਕਰ ਲੈਂਦੇ ਆ। ਇਹ ਠੀਕ ਹੈ ਕਿ ਹੁਣ ਉਹਨਾਂ ਨੂੰ ਸਵਾਲ ਅਵੋਇਡ ਕਰਨੇ ਵੀ ਆ ਗਏ। ਇਹ ਕਈ ਵਾਰੀ ਇੱਕ ਲੀਡਰ ਦੀ, ਮੈਂ ਕਹਿੰਦਾ ਹੁੰਦਾ ਕਿ ਪੋਜ਼ਿਟਿਵ ਆਸਪੈਕਟ ਹੈ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਤੇ ਕਮੈਂਟ ਕਰਨਾ। ਸੋ ਅੱਜ ਉਹਨਾਂ ਨੇ 3-4 ਇੰਟਰਸਟਿੰਗ ਇਸ਼ੂਜ਼ ਉਠਾਏ ਹੈ ਤੇ ਜਿਨ੍ਹਾਂ ਮੁੱਦਿਆਂ ਤੇ ਕਮੈਂਟ ਨਹੀਂ ਕੀਤਾ, ਅਵੋਇਡ ਕੀਤਾ, ਉਹ ਵੀ ਇਕੁਅਲੀ ਇੰਪੋਰਟੈਂਟ ਹੈ ਉਹਨਾਂ ਮੁੱਦਿਆਂ ਦੇ ਨਾਲ ਜਿਨ੍ਹਾਂ ਤੇ ਉਹਨਾਂ ਨੇ ਕਮੈਂਟ ਕੀਤਾ। ਇੱਕ ਇੰਟਰਸਟਿੰਗ ਆਸਪੈਕਟ ਜਿਹੜਾ ਹੈ ਅੱਜ ਦੀ ਇਹਨਾਂ ਦੀ ਪ੍ਰੈਸ ਕਾਨਫਰੰਸ ਦਾ, ਬੜੇ ਚਿਰ ਤੋਂ ਮੁੱਖ ਮੰਤਰੀ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵਿੱਚ ਇੱਕ ਟੈਨਸ਼ਨ ਚੱਲ ਰਹੀ ਹੈ ਤੇ ਟੈਨਸ਼ਨ ਦੀ ਲੈਵਲ ਇਹ ਹੈ ਕਿ ਮੁੱਖ ਮੰਤਰੀ ਆਪਣੇ ਐਟ ਹੋਮ ਫੰਕਸ਼ਨ ਜਿਹੜਾ ਗਵਰਨਰ ਕਰਦੇ ਹੈ ਆਰਗੇਨਾਈਜ਼ ਰਿਸੈਪਸ਼ਨ ਦੀ ਵਰਚੁਅਲੀ 15 ਅਗਸਤ ਔਰ 26 ਜਨਵਰੀ ਨੂੰ। 15 ਅਗਸਤ ਦੀ ਐਟ ਹੋਮ ਤੇ ਮੁੱਖ ਮੰਤਰੀ ਐਬਸੈਂਟ ਰਹੇ। ਇਹ ਨਾਰਮਲੀ ਹੁੰਦਾ ਨਹੀਂ। ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਤੇ ਉਹ ਕਦੇ ਅਵਾਰਡ ਨਹੀਂ ਸੀ ਕਰਦੇ ਹੁੰਦੇ। ਕੈਪਟਨ ਅਮਰਿੰਦਰ ਸਿੰਘ ਨੇ ਕਦੇ ਕਦੇ ਉਹਨਾਂ ਦੀ ਸੀ ਕਿ ਉਹ ਐਬਸੈਂਟ ਹੋ ਜਾਂਦੇ ਸੀ, ਲੇਕਿਨ ਨਾਰਮਲ ਪ੍ਰੈਕਟਿਸ ਹੈ ਕਿ CM ਕੋਈ ਵੀ ਹੋਵੇ ਉਹ ਨਾਰਮਲੀ ਅਟੈਂਡ ਕਰਦੇ ਹੁੰਦੇ। ਇਹ ਐਬਸੈਂਟ ਰਹੇ ਤਾਂ ਜਦੋਂ ਗਵਰਨਰ ਸਾਹਿਬ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਲਾਈਟਲੀ ਜਿਹਾ ਜਵਾਬ ਦਿੱਤਾ, ਕਹਿੰਦੇ ਵੀ ਜਿਹੜੀਆਂ ਬਾਹਰ ਪੁਰਾਣੀਆਂ ਤੋਪਾਂ ਪਈਆਂ ਨਾ ਰਾਜ ਭਵਨ ਦੇ, ਇਹਨਾਂ ਤੋਂ ਡਰਦੇ ਹੋਣੇ। ਉੱਥੇ ਬਾਹਰ ਦੋਵੇਂ ਪਾਸੇ 2 ਤੋਪਾਂ ਪਈਆਂ ਪੁਰਾਣੇ ਜ਼ਮਾਨੇ ਦੀਆਂ। ਇਹ ਸੈਰੀਮੋਨੀਅਲ ਤੋਪਾਂ ਜਿਹੜੀਆਂ ਹੁਣ ਕਿਲਿਆਂ ਦੇ ਬਾਹਰ ਵੀ ਪਈਆਂ ਹੁੰਦੀਆਂ, ਜਿਵੇਂ ਬਹਾਦਰਗੜ੍ਹ PAP ਉੱਥੇ ਵੀ ਪਈਆਂ, ਫਲੌਰ ਵੀ ਪਈਆਂ ਤੇ ਸੈਕਟਰੀਏਟ ਦੇ ਕੋਲੋਂ ਤਾਂ ਸਗੋਂ ਚੋਰੀ ਹੋ ਗਈ। ਜਿਹੜੀ ਇਹਨਾਂ CRPF ਦੇ ਬਾਹਰ ਤੋਪ ਰੱਖੀ ਵੀ ਸੀਗੀ, ਉਹਨੂੰ 1.5 ਮਹੀਨਾ ਪਹਿਲਾਂ ਉਹ ਚੋਰੀ ਹੋ ਗਈ। ਉਹ ਬੜਾ ਕਮਾਲ ਦਾ ਇਸ਼ੂ ਹੈਗਾ।
ਸੋ ਉਹ ਕਹਿੰਦੇ ਵੀ ਮੁੱਖ ਮੰਤਰੀ ਜੀ ਸ਼ਾਇਦ ਇਹਨਾਂ ਤੋਂ ਡਰ ਗਏ ਹੋਣੇ, ਚਲੋ ਮੁੱਖ ਮੰਤਰੀ ਵੀ ਅਵਾਰਡ ਕਰ ਗਏ ਇਸ ਗੱਲ ਨੂੰ। ਹਾਂ, ਲੇਕਿਨ ਇੱਕ ਨਾਲ ਇਕੁਅਲੀ ਇੰਪੋਰਟੈਂਟ ਉਹਨਾਂ ਨੇ ਜਵਾਬ ਦਿੱਤਾ। ਗੱਲ ਚੱਲ ਰਹੀ ਹੈ ਲਗਾਤਾਰ ਕਿ ਜਿਹੜਾ ਇਹਨਾਂ ਨੇ ਪਿਛਲਾ ਸੈਸ਼ਨ ਸੱਦਿਆ ਸੀ ਅਸੈਂਬਲੀ ਦਾ, ਗਵਰਨਰ ਸਾਹਿਬ ਦਾ ਪਰਸੈਪਸ਼ਨ ਇਹ ਹੈ ਕਿ ਉਹ ਇਲੀਗਲ ਸੀ, ਤੇ ਜਿਹੜੇ ਇਹਨਾਂ ਨੇ 4 ਬਿੱਲ ਪਾਸ ਕੀਤੇ ਤੇ ਉਹਨਾਂ ਨੇ ਰੋਕੇ ਹੋਏ ਹੈ। ਉਹਨਾਂ ਬਿੱਲਾਂ ਵਿੱਚੋਂ ਇੱਕ ਇੰਪੋਰਟੈਂਟ ਬਿੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਤੇ ਉਹ ਹੈ ਸਿੱਖ ਗੁਰਦੁਆਰਾ 1925 ਦੇ ਵਿੱਚ ਅਮੈਂਡਮੈਂਟ, ਜਿਹੜੀ ਆਪਣੇ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਬ੍ਰੌਡਕਾਸਟ ਨੂੰ ਲੈ ਕੇ। ਸੋ ਇਹਨਾਂ ਨੇ ਬਹੁਤ ਇੱਕ ਦਿਲਚਸਪ ਅੱਜ ਸਟੈਂਡ ਲਿਆ ਜੀ। ਇਹਨਾਂ ਨੇ ਰਿਵਰਟ ਕੀਤਾ ਵਰਚੁਅਲੀ ਬਿਨਾਂ ਕੋਈ ਲੰਬੀ ਆਰਗੂਮੈਂਟ ਦਿੱਤੇ ਕਿ ਸਾਡਾ ਸੈਸ਼ਨ ਬਿਲਕੁਲ ਲੀਗਲ ਸੀ ਤੇ ਅਸੀਂ ਅਗਲੇ ਸੈਸ਼ਨ ਵੀ ਬੁਲਾਵਾਂਗੇ। ਤੇ ਗਵਰਨਰ ਸਾਹਿਬ ਨੂੰ ਇੱਕ ਵਾਰੀ ਫਿਰ ਇਹਨਾਂ ਨੇ ਅਸਰਟਿਵਲੀ ਜਵਾਬ ਦੇਤਾ। ਗਵਰਨਰ ਸਾਹਿਬ ਵੀ ਵਿੱਚ ਵਿਚਾਲੇ ਹਜੇ ਚੱਲ ਰਹੇ ਆ, ਉਹ ਇਹ ਤਾਂ ਲਿਖ ਦਿੰਦੇ ਚਿੱਠੀ ਵੀ ਤੁਹਾਡੇ ਆਪਣੇ ਜਿਹੜਾ ਸੈਸ਼ਨ ਸੀਗਾ, ਕਿਉਂਕਿ ਇਹ ਇਲੀਗਲ ਸੀ, ਇਸ ਕਰਕੇ ਮੈਂ ਜਿਹੜੇ ਇਹ ਬਿੱਲ ਹੈ ਪੋਸੀਬਲੀ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਭੇਜ ਦੂੰਗਾ, ਜਾਂ ਤਾਂ ਤੁਸੀਂ ਸਿੱਧੇ ਲਿਖੋ ਕਿ ਮੈਂ ਇਹ ਬਿੱਲ ਰਿਜੈਕਟ ਕਰ ਰਹੇ ਹਾਂ ਇਸ ਬੇਸਿਸ ਤੇ ਕਿ ਤੁਹਾਡੇ ਜਿਹੜੇ ਸੈਸ਼ਨ ਹੈ ਉਹ ਇਲੀਗਲ ਸੀਗਾ। ਗਵਰਨਰ ਸਾਹਿਬ ਜਦ ਤੱਕ ਇਹ ਨਹੀਂ ਲਿਖਦੇ ਉਨੀ ਦੇਰ ਤੱਕ ਇਹ ਮਾਮਲਾ ਪ੍ਰੈਸੀਪਿਟੇਟ ਨਹੀਂ ਹੁੰਦਾ। ਸੋ ਜਾਂ ਤਾਂ ਉਹ ਐਕਸਟ੍ਰੀਮ ਸਟੈਂਡ ਲੈਣ ਤੇ ਫਾਈਨਲ ਕਹਿ ਰਹੇ ਨੇ ਵੀ ਕਿਉਂਕਿ ਤੁਹਾਡੇ ਸੈਸ਼ਨ ਇਲੀਗਲ ਹੈ ਸੋ ਯੂਅਰ ਬਿਲਸ ਆਰ ਇਲੀਗਲ, ਵਾਪਸ ਭੇਜ ਦੇਣ, ਉਹ ਵੀ ਨਹੀਂ ਕਰ ਰਹੇ। ਸੋ ਇਹ ਸਿਚੁਏਸ਼ਨ ਇੱਥੇ ਅੜੀ ਹੋਈ ਹੈ। ਇੱਕ ਮਾਮਲਾ ਹੋਰ ਉਹਨਾਂ ਨੇ ਲਿਆ। ਇਹਦੇ ਵਿੱਚ ਇੱਕ ਸਵਾਲ ਹੈ, ਜੇ ਕਾਈਂਡਲੀ ਮੈਨੂੰ ਤੁਸੀਂ। ਹਾਂਜੀ ਕੋਈ ਨਹੀਂ। ਉਹ ਸਵਾਲ ਇਹ ਹੈ ਕਿ ਕੀ ਜਿਹੜਾ ਅਗਲਾ ਮਾਨਸੂਨ ਸੈਸ਼ਨ, ਜਿਹਦਾ ਸਵਾਲ ਪੁੱਛਿਆ ਸੀ ਕਿਸੇ ਜਰਨਲਿਸਟ ਨੇ ਕਿ ਬੁਲਾਓਗੇ ਜਾਂ ਨਹੀਂ ਬੁਲਾਓਗੇ, ਉਹ ਕਹਿੰਦੇ ਕਿਉਂ ਨਹੀਂ ਬੁਲਾਵਾਂਗੇ। ਕੀ ਹੁਣ ਵੀ ਸੈਸ਼ਨ ਪ੍ਰੋਰੋਗ ਕਰ ਲਿਆ ਜਾਂ ਅਜੇ ਵੀ ਸੈਨੇਟਾਈਜ਼ ਕੀਤਾ ਤੇ ਉਦਾਂ ਹੀ ਬੁਲਾ ਲੈਣਾ, ਐਤਕੀ ਫਿਰ ਗਵਰਨਰ ਦੀ ਪ੍ਰਵਾਨਗੀ ਨਹੀਂ ਲੈਣੀ? ਇਹ ਸਵਾਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਐਤਕਾ ਬਕਾਇਦਾ ਪ੍ਰਵਾਨਗੀ ਨਾਲ ਲਵਾਂਗੇ ਜਾਂ ਅਜੇ ਕੰਟੀਨਿਊਟੀ 'ਚ ਹੀ ਆ, ਅਜੇ ਅਗਲੀ ਬੈਠਕ ਵਜੋਂ ਹੀ ਇਹਨੂੰ ਲਵਾਂਗੇ ਜਾਂ ਨਵਾਂ ਸੈਸ਼ਨ ਬੁਲਾਇਆ ਜਾਊਗਾ। ਇੱਕ ਛੋਟੀ ਜੀ ਹਲਕੀ ਜੀ ਟਿੱਪਣੀ ਜ਼ਰੂਰ। ਨਾਰਮਲੀ ਜਦੋਂ ਹਾਊਸ ਪ੍ਰੋਰੋਗ ਹੁੰਦਾ ਹੈ ਨਾ, ਇੱਕ ਲਾਈਨ ਦਾ ਹਮੇਸ਼ਾ ਪ੍ਰੈਸ ਨੋਟ ਸਰਕਾਰ ਰਿਲੀਜ਼ ਕਰ ਦਿੰਦੀ ਹੈ, ਟੈਕਨੀਕਲਿਟੀ ਹੈਗੀ ਹੈ ਇਹਦੀ, ਤੇ ਅਖਬਾਰਾਂ 'ਚ ਵੀ ਇੱਕ ਲਾਈਨ ਛਪ ਜਾਂਦੀ ਹੈ। ਕਈ ਵਾਰੀ ਬਹੁਤ ਹੀ ਇੰਪੋਰਟੈਂਟ ਉਹ ਗੱਲ ਨਹੀਂ ਲੱਗਦੀ ਹੁੰਦੀ, ਲੇਕਿਨ ਪਾਰਲੀਮੈਂਟਰੀ ਪ੍ਰੈਕਟਿਸ ਦੇ ਵਿੱਚ ਉਹ ਖਬਰ ਬਹੁਤ ਇੰਪੋਰਟੈਂਟ ਹੁੰਦੀ ਹੈ। ਪ੍ਰੋਰੋਗ ਹੋਣ ਤੋਂ ਬਾਅਦ ਜਦੋਂ ਸੈਸ਼ਨ ਬੁਲਾਉਣਾ ਹੋਵੇ ਤੇ ਫਿਰ ਰਾਜ ਭਵਨ ਦੀ ਮਨਜ਼ੂਰੀ ਲਈ ਜਾਂਦੀ ਹੈ ਉਹਦੇ ਵਾਸਤੇ। ਜ਼ਰੂਰੀ ਨਹੀਂ ਕਿ ਰਾਜ ਭਵਨ ਗਵਰਨਰ ਐਡਰੈਸ ਕਰਨਾ ਹੋਵੇ, ਲੇਕਿਨ ਉੱਥੋਂ ਲਿਖਣਾ ਪੈਂਦਾ ਵੀ ਸੈਸ਼ਨ ਦੀ ਸੈਂਕਸ਼ਨ ਦਿੱਤੀ ਜਾਵੇ। ਸੋ ਉਹ ਪ੍ਰੋਸੀਜਰ ਵੱਖਰਾ ਹੁੰਦਾ ਹੈ। ਹੁਣ ਤੱਕ ਮੇਰੇ ਖਿਆਲ ਦੇ ਵਿੱਚ ਕੋਈ ਪ੍ਰੈਸ ਨੋਟ ਐਸਾ ਰਿਲੀਜ਼ ਨਹੀਂ ਹੋਇਆ ਜਿਹਦੇ 'ਚ ਕਿਹਾ ਗਿਆ ਹੋਵੇ ਕਿ ਸੈਸ਼ਨ ਹਾਲੇ ਜਿਹੜਾ ਬਜਟ ਸੈਸ਼ਨ ਹੀ ਚੱਲ ਰਿਹਾ ਕਿ ਉਹ ਪ੍ਰੋਰੋਗ ਹੋ ਗਿਆ ਹੋਵੇ। ਉਹ ਸਾਇਲੈਂਟ ਆਈ ਅਡਜਰਨਮੈਂਟ ਉਹਦੀ ਹੋਈ ਸੀਗੀ। ਉਹਦਾ ਮਤਲਬ ਇਹ ਹੁੰਦਾ ਹੈ ਸਾਇਲੈਂਟ ਆਈ ਦਾ ਕਿ ਸਰਕਾਰ ਜਦੋਂ ਮਰਜ਼ੀ ਚਾਹਵੇ ਸੈਸ਼ਨ ਨੂੰ ਬੁਲਾ ਸਕਦੀ ਹੈ। ਇਸੇ ਬੇਸਿਸ ਤੇ ਇਹਨਾਂ ਨੇ ਪਿਛਲਾ ਸੈਸ਼ਨ ਬੁਲਾਇਆ ਸੀ 2 ਦਿਨ ਦਾ, ਜਿਹਦੇ 'ਚ ਬਿੱਲ ਪਾਸ ਕੀਤੇ ਸੀ, ਜਿਹਦੇ ਬਾਰੇ ਗਵਰਨਰ ਸਾਹਿਬ ਕਹਿੰਦੇ ਹੈ ਕਿ ਇਹ ਸੈਸ਼ਨ ਇਲੀਗਲ ਸੀ। ਸੋ ਅਲਟੀਮੇਟਲੀ ਤਾਂ ਇਹ ਲੀਗਲ ਆਸਪੈਕਟ ਹੈ ਜਿਹੜਾ ਉਹ ਸੁਪਰੀਮ ਕੋਰਟ ਤੱਕ ਵੀ ਜਾ ਸਕਦਾ ਹੈ, ਲੇਕਿਨ ਜਦ ਤੱਕ ਕੈਟੇਗੋਰੀਕਲੀ ਰਾਜ ਭਵਨ ਤੋਂ ਇਹ ਅਨਾਉਂਸਮੈਂਟ ਨਹੀਂ ਹੁੰਦੀ ਕਿ ਇਹ ਸੈਸ਼ਨ ਇਲੀਗਲ ਸੀ, ਉਹ ਤੱਕ ਮੈਂ ਗੱਲ ਅੱਗੇ ਨਹੀਂ ਤੁਰਦੀ। ਲੇਕਿਨ ਇਹਨਾਂ ਨੇ ਗੱਲ ਫਿਰ ਕਲੀਅਰ ਕਰਤੀ ਕਿ ਅਸੀਂ ਬੁਲਾਵਾਂਗੇ ਅਗਲਾ ਸੈਸ਼ਨ। ਹੁਣ ਇਹ ਕਲੀਅਰ ਨਹੀਂ ਹੈ ਕਿ ਪ੍ਰੋਰੋਗ ਕਰਤਾ ਕਿ ਨਹੀਂ ਕੀਤਾ। ਗੱਲ ਇੱਥੇ ਜੀ, ਕਿਉਂਕਿ ਤੁਸੀਂ ਕਾਫੀ ਦਿਲਚਸਪ ਬਣਾਤਾ ਇਸ ਮਾਮਲੇ ਨੂੰ। ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਨੇ ਇਹ ਤਾਂ ਜ਼ਰੂਰ ਕਹਿਤਾ ਵੀ ਅਸੀਂ ਬੁਲਾ ਰਹੇ ਹਾਂ, ਔਰ ਨਾਲ ਹੀ ਇਹ ਵੀ ਕਹਿਤਾ ਕਿ ਪਿਛਲਾ ਵੀ ਕਾਨੂੰਨੀ ਆ। ਉਹਨਾਂ ਨੇ ਕਿਹਾ ਗਵਰਨਰ ਸਾਹਿਬ ਦੇ ਸਲਾਹਕਾਰ, ਪਤਾ ਨਹੀਂ ਇਸ ਵੇਲੇ ਉਹਨਾਂ ਨੂੰ ਕਿਉਂ ਜਾਂ ਕਿ ਉਹ ਗੱਲ ਗੋਲ ਜੀ ਕਰ ਗਏ, ਲੇਕਿਨ ਉਹ ਕਹਿੰਦੇ ਇਹ ਕਾਨੂੰਨੀ ਆ। ਸਰਦਾਰ ਹਮੀਰ ਸਿੰਘ ਜੀ, ਇਹਦੇ ਉੱਤੇ ਕਿਉਂਕਿ ਗੱਲ ਮੈਨੂੰ ਲੱਗਦਾ ਤੁਹਾਡੀ ਟਿੱਪਣੀ ਬੜੀ ਜ਼ਰੂਰੀ ਆ। ਮੁੱਖ ਮੰਤਰੀ ਦੇ ਦੂਜੇ ਵਿਸ਼ੇ ਤੇ ਜਾਣ ਤੋਂ ਪਹਿਲਾਂ, ਜਦੋਂ ਮੌਨਸੂਨ ਸੈਸ਼ਨ ਹੁਣ ਵਾਕਈ ਹੋਣਾ ਚਾਹੀਦਾ, ਬਰੂਹਾਂ ਤੇ ਆ, ਇਹ ਕੁਦਰਤੀ ਰੁੱਤਾਂ ਦੇ ਹਿਸਾਬ ਨਾਲ ਵੀ ਜਿਹੜਾ ਰੱਖਿਆ ਗਿਆ,
ਤੇ ਕਿਉਂਕਿ ਪਿਛਲੀਆਂ ਜਿੰਨੀਆਂ ਬੈਠਕਾਂ ਹੋਈਆਂ ਉਹਨਾਂ ਦੇ ਵਿੱਚ ਕੰਮਕਾਜ ਨਹੀਂ ਹੋਇਆ, ਉਹਦੇ ਵਿੱਚ ਸਵਾਲਾਂ ਜਵਾਬਾਂ ਵਾਲੇ ਜਿਹੜੇ ਪੀਰੀਅਡ ਹੁੰਦੇ ਆ, ਦੌਰ ਹੁੰਦੇ ਆ, ਔਰ 0 ਆਵਰ ਤੋਂ ਲੈ ਕੇ ਹੋਰ ਬਾਕੀ ਉਹ ਸਾਰੀਆਂ ਚੀਜ਼ਾਂ ਤਾਂ ਮਾਈਨਸ ਸੀ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਢੰਗ ਨਾਲ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲਿਆ। ਪਿਛਲੇ ਸੈਸ਼ਨ ਦੀ ਅਗਲੀ ਬੈਠਕ ਸੋ ਮੈਨੂੰ ਜ਼ਰੂਰ ਥੋੜਾ ਜਿਹਾ ਇਹਦੇ ਤੇ ਟਿੱਪਣੀ ਦੇ ਦਿਓ ਕਿ ਜੇਕਰ ਹੁਣ ਅਗਲਾ ਮਾਨਸੂਨ ਸੈਸ਼ਨ ਹੁੰਦਾ, ਇੱਕ ਵਾਰੀ ਫੇਰ ਰਫੜ ਪਊਗਾ, ਕਿਉਂਕਿ ਕੱਲ ਵੈਸੇ ਸ਼ਾਮੀ ਗਵਰਨਰ ਸਾਹਿਬ ਤੇ ਸੰਧਵਾ ਸਾਹਿਬ ਇੱਕ ਦੂਜੇ ਦੇ ਨੇੜੇ ਨੇੜੇ ਹੋ ਕੇ ਗੱਲ ਕਰ ਰਹੇ ਸੀਗੇ। ਕਿਤੇ ਉਹ ਉੱਥੇ ਸੈਸ਼ਨ ਦੀ ਗੱਲ ਵੀ ਹੋਈ ਹੋਊਗੀ ਕਿ ਸਾਡਾ ਸੈਸ਼ਨ ਤੇ ਕਾਨੂੰਨੀ ਆ ਜੀ, ਤੁਸੀਂ ਗੈਰ ਕਾਨੂੰਨੀ ਕਹੀ ਜਾਂਦੇ ਹੋ। ਸੰਧਵਾ ਸਾਹਿਬ ਨੇ ਵੈਸੇ ਅਜੇ ਤੱਕ ਰਿਵੀਲ ਨਹੀਂ ਕੀਤਾ ਵੀ ਗੱਲ ਕੀ ਹੋਈ। ਵੈਸੇ ਤਾਂ ਚਲੋ ਇਹ ਗੈਟ ਟੂਗੈਦਰ ਹੁੰਦਾ, ਉਹਦੇ ਚ ਵੈਸੇ ਹੀ ਗੱਲਾਂ ਬਾਤਾਂ ਗੈਰ ਰਸਮੀ ਹੋ ਸਕਦੀਆਂ ਨੇ ਜਿੰਨੀਆਂ ਵੀ ਹੋਈਆਂ ਹੋਣ, ਪਰ ਸਵਾਲ ਇਹ ਹੁੰਦਾ ਕਿ ਜਿਹੜਾ ਵਿਧਾਨ ਸਭਾਵਾਂ ਦਾ ਸੈਸ਼ਨ ਹੈ, ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਸਰਕਾਰ ਕਾਫੀ ਹੱਦ ਤੱਕ ਦਿੱਲੀ ਤੋਂ ਸੇਧ ਲੈਂਦੀ ਹੈ। ਦਿੱਲੀ ਉਹਨੂੰ ਡਿਕਟੇਟ ਵੀ ਕਰਦੀ ਹੈ। ਪਹਿਲਾਂ ਤਾਂ ਡਿਕਟੇਟ ਹੀ ਜ਼ਿਆਦਾ ਕਹਿੰਦੇ ਰਹੇ, ਹੁਣ ਥੋੜਾ ਜਿਹਾ ਡਿਕਟੇਟ ਵਾਲਾ ਕੰਮ ਸ਼ਾਇਦ ਜੇ ਨੀਵਾ ਘਟਾ ਦਿਓ ਤਾਂ ਵੀ ਸੇਧ ਲੈਣਾ ਇੱਕ ਬੜੀ ਗੱਲ ਉਸ ਲੈਵਲ ਤੇ। ਇਸ ਵਾਰ ਕੇਂਦਰੀ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਕਿ ਦਿੱਲੀ ਦੇ ਵਿੱਚ ਤਾਂ ਵਿਧਾਨ ਸਭਾ ਉਹਨਾਂ ਈਅਰ ਵਾਈਜ਼ ਦੱਸਿਆ ਜਦੋਂ ਤੋਂ ਕੇਜਰੀਵਾਲ ਸਰਕਾਰ ਆਈ ਹੈ ਕਿ ਫਲਾਣੇ ਸਾਲ 'ਚ ਕੇਵਲ ਇੱਕੋ ਸੈਸ਼ਨ ਹੋਇਆ ਵਿਧਾਨ ਸਭਾ ਦਾ, ਫਲਾਣੇ ਸਾਲ 'ਚ ਕੇਵਲ 2 ਹੋਏ ਨੇ, ਇਦੋਂ ਵੱਧ ਹੋਏ ਨਹੀਂ। ਉਹਦਾ ਮਾਮਲਾ ਇਹ ਹੈ ਕਿ ਉੱਥੇ ਐਵੇਂ ਹੀ ਰੱਖਦੇ ਨੇ, ਉਹ ਸੈਨੇਟਾਈਜ਼ ਰੱਖਦੇ ਨੇ ਤੇ ਉਹ ਪ੍ਰੋਗਰਾਮ ਕਰਦੇ ਹੀ ਨਹੀਂ ਹੈ। ਤੇ ਇਸ ਕਰਕੇ ਜਦ ਮਰਜੀ ਆ ਉਹ ਜਾ ਕੇ ਇਕੱਠੇ ਹੋ ਜਾਂਦੇ ਨੇ। ਤੇ ਉਹਨੇ ਵੀ ਇਹੀ ਟੀਚਰ ਕੀਤੀ ਵੀ ਜਦ ਕਿ ਕੋਈ ਮਤਾ ਪਾਉਣਾ ਹੁੰਦਾ ਇੱਕ ਦਿਨ ਬੁਲਾ ਲਿਆ, ਮਤਾ ਪਾਇਆ ਤੇ ਫਿਰ ਚੱਲ ਗਿਆ। ਉੱਥੇ ਹਾਲਾਂਕਿ ਲੈਫਟੀਨੈਂਟ ਗਵਰਨਰ ਕੰਪੈਰੇਟਿਵਲੀ ਜ਼ਿਆਦਾ ਤਾਕਤਵਰ ਹੈ ਗਵਰਨਰ ਦੇ ਮੁਕਾਬਲੇ, ਉਹਦੇ ਕੋਲ ਰੀਅਲ ਪਾਵਰਸ ਨੇ ਕਿੰਨੀਆਂ ਹੀ ਜ਼ਿਆਦਾ। ਉੱਥੇ ਤਾਂ ਨਾਲੇ ਕੰਟਰਾਡਿਕਸ਼ਨ ਵੀ ਗਵਰਨਮੈਂਟ ਆਫ ਇੰਡੀਆ ਨਾਲ ਬਥੇਰੀ ਰਹੀ ਆ, ਡਾਇਰੈਕਟ ਵੀ ਰਹੀ ਆ ਉਸ ਮਾਮਲੇ ਦੇ ਵਿੱਚ। ਪਰ ਇਸ ਮੁੱਦੇ ਤੇ ਕਦੇ ਟੈਕਨੀਕਲੀ ਰੌਲਾ ਨਹੀਂ ਪਿਆ ਕਿ ਤੁਹਾਡਾ ਸੈਸ਼ਨ ਹੀ ਨਹੀਂ ਹੈ, ਤੁਹਾਡਾ ਗੈਰ ਕਾਨੂੰਨੀ ਹੈ, ਤੁਹਾਡਾ ਮਾਮਲਾ ਜ਼ਿਆਦਾ। ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹਦਾ ਮਿਸਯੂਜ ਦੀ ਤਰ੍ਹਾਂ ਹੋ ਰਿਹਾ, ਵੀ ਤੁਸੀਂ ਉਠਾ ਕੇ ਦੁਬਾਰਾ ਬੁਲਾ ਲਓ ਤਾਂ ਕੀ ਫਰਕ ਪੈਂਦਾ। ਉਹਦਾ ਜਵਾਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਨਹੀਂ ਦਿੱਤਾ। ਜਿਹੜੀ ਇਹ ਗੱਲ ਬਾਰ-ਬਾਰ ਕਹੀ ਗਈ ਔਰ ਔਨ ਦੀ ਫਲੋਰ ਆਫ ਦੀ ਹਾਊਸ ਕਹੀ ਗਈ, ਮਤਲਬ ਲੋਕ ਸਭਾ ਦੇ ਵਿੱਚ ਖੜ ਕੇ ਕਹੀ ਗਈ, ਗ੍ਰਹਿ ਮੰਤਰੀ ਨੇ ਕਹੀ ਹੈ ਇਸ ਮਾਮਲੇ ਦੇ ਵਿੱਚ। ਤਾਂ ਉਹੋ ਜਿਹਾ ਮਾਮਲਾ ਫਿਰ ਪੰਜਾਬ ਦੇ ਵਿੱਚ ਇੱਕ ਆ ਜਾਂਦਾ ਤੇ ਪੰਜਾਬ ਦਾ ਗਵਰਨਰ ਕਿਉਂ ਉਹਨੂੰ ਫਿਰ ਇਸ਼ੂ ਬਣਾ ਕੇ ਬੈਠੇ ਹੋਏ ਨੇ। ਇੱਕ ਤਾਂ ਇਹ ਕੁਐਸਚਨ ਹੈ ਸਭ ਤੋਂ ਬੜਾ ਕਿ ਤੁਸੀਂ ਫਿਰ ਕਿਵੇਂ ਬਣਾ ਕੇ ਬੈਠੇ ਹੋ। ਜਾਂ ਦਿੱਲੀ ਵਾਲੀ ਗੱਲ ਜਦੋਂ ਹੋਮ ਮਿਨਿਸਟਰ ਨੇ ਕਹੀ ਹੈ ਇਹ ਇਲੀਗਲ, ਜੇ ਉੱਥੋਂ ਦਾ ਸੈਸ਼ਨ ਇਲੀਗਲ ਨਹੀਂ ਹੈ, ਕੇਵਲ ਮਰਿਆਦਾ ਦੇ ਮੁਤਾਬਕ ਨਹੀਂ ਹੈ ਜਾਂ ਮਰਿਆਦਾ ਐ ਹੋਣੀ ਚਾਹੀਦੀ, ਉਹ ਇੱਕ ਅਲੱਗ ਗੱਲ ਹੈ। ਲਾ ਇੱਕ ਹੋਰ ਗੱਲ ਹੈ। ਇਹ ਦੋ ਗੱਲਾਂ ਤੇ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਐ ਨਹੀਂ ਕਰ ਸਕਦੇ, ਪ੍ਰੋਰੋਗ ਕਰਕੇ ਉਸ ਤੋਂ ਬਾਅਦ ਆਉਣਾ ਚਾਹੀਦਾ, ਚੰਗੀ ਚੀਜ਼ ਇਹ ਹੈ ਜਾਂ ਰਵਾਇਤ ਇਹ ਹੈ, ਇਹੋ ਜਿਹਾ ਕੁਝ ਤੁਸੀਂ ਕਹਿ ਸਕਦੇ ਹੋ, ਪਰੰਪਰਾ ਇਹ ਹੈ। ਪਰ ਕਾਨੂੰਨੀ ਤੌਰ ਤੇ ਤਾਂ ਫਿਰ ਇਹਦਾ ਮਤਲਬ ਉਹ ਗੱਲ ਵਾਜਿਬ ਉਸ ਲੈਵਲ ਤੇ ਨਜ਼ਰ ਆਉਂਦੀ ਹੈ। ਤੇ ਦੂਜੀ ਗੱਲ ਇਹੀ ਹੈ, ਇਸੇ ਕਰਕੇ ਸ਼ਾਇਦ ਜਿਹੜਾ ਅਗਲਾ ਸੈਸ਼ਨ ਵੀ ਬੁਲਾਉਣਗੇ ਜੇਕਰ ਇਹਨਾਂ ਨੇ ਬੁਲਾਇਆ, ਹਾਲਾਂਕਿ ਮਾਨਸੂਨ ਸੈਸ਼ਨ ਲਗਭਗ ਲੰਘ ਰਹੇ ਨੇ ਸਭ ਦੇ, ਪਾਰਲੀਮੈਂਟ ਦਾ ਵੀ ਖਤਮ ਹੋ ਗਿਆ, ਲੰਘ ਕੇ ਵੀ ਖਤਮ ਹੋ ਗਿਆ। ਉਹ ਮਾਨਸੂਨ ਪੰਜਾਬ ਦੇ ਵਿੱਚ ਵੈਸੇ ਸੀਜ਼ਨ ਅਜੇ 20 ਸਤੰਬਰ ਤੱਕ ਹੁੰਦਾ। ਤੇ ਜੇ ਮਾਨਸੂਨ ਸੀਜ਼ਨ ਦੀ ਗੱਲ ਕੀਤੀ ਜਾਏ, ਜੇ ਇਹਨਾਂ ਨੇ ਕਿਹੜਾ ਬਹੁਤ ਵੱਡਾ ਬਣਾਉਣਾ, ਉਹ 1 ਜਾਂ 2-3 ਦਿਨ ਦਾ, ਉਹ ਤਾਂ ਇੱਕ ਆਬਲੀਗੇਸ਼ਨ ਹੁੰਦੀ ਹੈ ਕਿ ਤੁਸੀਂ ਅਗਲੇ ਸੈਸ਼ਨ ਤੇ ਇਹਦੇ ਵਿੱਚ ਮਤਲਬ 6 ਮਹੀਨਿਆਂ ਤੋਂ ਘੱਟ ਦਾ ਸਮਾਂ ਰੱਖਣਾ ਹੁੰਦਾ ਹੈ। 6 ਮਹੀਨੇ ਤੱਕ ਨਹੀਂ ਰੱਖ ਸਕਦੇ ਹੁੰਦੇ ਜਾ ਕੇ, ਇਸ ਲਈ ਕਈ ਵਾਰ 1 ਵਾਰ, ਕਈ ਵਾਰ 2 ਵਾਰ ਬੁਲਾਇਆ ਜਾਂਦਾ ਹੁੰਦਾ 2 ਦਿਨ ਦੇ ਮਾਮਲੇ ਦੇ ਵਿੱਚ। ਹੁਣ ਸਰਕਾਰ ਤੇ ਗਵਰਨਰ ਦੋਨਾਂ ਚੋਂ ਕੀ ਪੈ, ਸ਼ਾਇਦ ਇਸੇ ਕਰਕੇ ਗਵਰਨਰ ਵੀ ਨਾ ਉਹਨਾਂ ਨੂੰ ਪ੍ਰੈਜ਼ੀਡੈਂਟ ਨੂੰ ਭੇਜਦੇ ਨੇ, ਨਾ ਵਾਪਸ ਭੇਜਦੇ ਨੇ। ਲੀਗਲੀ ਜੇ ਇਸ ਗੱਲ ਨੂੰ ਉਹ ਮੰਨਦੇ ਨੇ ਕਿ ਕਿਹਦੀ ਰਾਏ ਲਈ ਗਈ, ਕਿਵੇਂ ਕੀ ਰਾਏ ਦਿੱਤੀ, ਕਿਹੜੇ ਸੰਵਿਧਾਨ ਦੀ ਧਾਰਾ ਕੋਟ ਕੀਤੀ ਗਈ ਕਿ ਇਹ ਇਲੀਗਲ ਹੈ, ਕਿਹੜਾ ਰੂਲ ਆਫ ਬਿਜ਼ਨਸ ਕੋਟ ਕੀਤਾ ਗਿਆ ਕਿ ਵਿਧਾਨ ਸਭਾ ਇਸ ਤਰ੍ਹਾਂ ਦੀ ਇਲੀਗਲ ਹੈ, ਇਹ ਤਾਂ ਕੋਈ ਸਾਹਮਣੇ ਨਹੀਂ ਆਈ ਹਜੇ ਗੱਲ। ਹਜੇ ਗੱਲ ਮਤਲਬ ਇਸ ਤਰੀਕੇ ਦੀ ਉਹ ਸਾਹਮਣੇ ਆਈ ਹੈ ਕਿ ਜੀ ਇਹ ਗੈਰ ਕਾਨੂੰਨੀ ਆ, ਉਹ ਕਹਿੰਦੇ ਨਹੀਂ ਗੈਰ ਕਾਨੂੰਨੀ ਹੈ ਜੀ, ਉਹ ਲੜਾਈ ਚੱਲ ਰਹੀ ਹੈ। ਹੁਣ ਅਗਲਾ ਸੈਸ਼ਨ ਬੁਲਾਏ ਜਾਣ ਤੋਂ ਪਤਾ ਲੱਗ ਜਾਏਗਾ, ਜੇ ਦੁਬਾਰਾ ਮਾਨਸੂਨ ਸੈਸ਼ਨ 2 ਦਿਨ ਚੱਲਦੇ ਨੇ, ਉਹ ਸੱਦ ਲੈਣਗੇ ਦੁਬਾਰਾ, ਫਿਰ ਉਹਦੇ ਚ ਆ ਜਾਣਗੇ, ਬੈਠਣਗੇ, ਗੱਲ ਕਰਨਗੇ, ਤਾਂ ਉਸ ਤੋਂ ਬਾਅਦ ਗਵਰਨਰ ਸਾਹਿਬ ਫਿਰ ਕੀ ਕਹਿੰਦੇ ਨੇ, ਇੱਕ ਨਵੇਂ ਕਿਸਮ ਦੀ ਡਿਬੇਟ ਇਹ ਤੋਂ ਬਾਅਦ ਚੱਲਣੀ ਹੈ ਇਸੇ ਮਾਮਲੇ ਨਾਲ। ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਡਿਬੇਟ ਮੁੱਕਣ ਵਾਲੀ ਨਹੀਂ ਹੈ। ਵੈਸੇ ਗਵਰਨਰ ਸਾਹਿਬ ਸ਼ਾਇਦ ਉਹਨਾਂ ਨੂੰ ਇਸ ਗੱਲ ਨਾਲ ਕੋਈ ਬਹੁਤਾ ਫਰਕ ਨਾ ਪੈਂਦਾ ਕਿ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ। ਜਿਹੜੇ ਬਿੱਲ ਨੇ ਜਿਨ੍ਹਾਂ ਨੇ ਕਾਨੂੰਨ ਦੀ ਸ਼ਕਲ 'ਚ ਜਾਣਾ ਹੈ ਸਾਈਨ ਹੋਣ ਤੋਂ ਬਾਅਦ, ਉਹਦੇ ਵਿੱਚ ਇੱਕ ਬਿੱਲ ਗਵਰਨਰ ਸਾਹਿਬ ਦੀਆਂ ਤਾਕਤਾਂ ਖੋ ਰਿਹਾ। ਜਿਹੜਾ ਯੂਨੀਵਰਸਿਟੀਜ਼ ਦੇ ਚਾਂਸਲਰ ਵਾਲਾ ਹੈ,
ਉਹ ਹੁਣ ਗਵਰਨਰ ਤੋਂ ਮੁੱਖ ਮੰਤਰੀ ਨੂੰ ਤਾਕਤਾਂ ਸ਼ਿਫਟ ਹੋਣੀਆਂ ਸੀਗੀਆਂ। ਤੇ ਦੂਜਾ ਬਿੱਲ ਜਿਹੜਾ ਸਿੱਖ ਗੁਰਦੁਆਰਾ ਐਕਟ ਵਿੱਚ ਤਰਮੀਮ ਕੀਤੀ ਗਈ ਹੈ ਜਾਂ ਉਹਦੇ ਵਿੱਚ ਇਜ਼ਾਫਾ ਕੀਤਾ ਗਿਆ, ਉਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਵਫਦ ਵੀ ਮਿਲਿਆ ਸੀ ਤੇ ਅਕਾਲੀ ਦਲ ਦੀ ਵੀ ਮੰਗ ਸੀਗੀ ਕਿ ਇਹਨੂੰ ਤੁਸੀਂ ਸਾਈਨ ਨਾ ਕਰਿਓ ਜੀ। ਸੋ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਉਹਦੇ ਕਾਨੂੰਨੀ ਜਾਂ ਗੈਰ ਕਾਨੂੰਨੀ ਹੋਣ ਦੀ ਬਹਿਸ ਨਾਲੋਂ ਉਹਨਾਂ ਬਿੱਲਾਂ ਨੂੰ ਫਸਾ ਕੇ ਰੱਖਣਾ ਚਾਹੁੰਦੇ ਆ ਤੇ ਉਹਨਾਂ ਨੇ ਇਹੀ ਤਰੀਕਾ ਸੌਖਾ ਲੱਭਿਆ। ਸਰਦਾਰ ਜਗਤਾਰ ਸਿੰਘ ਜੀ, ਪਰ ਇਹਦੇ ਨਾਲ ਤਾਂ ਗਵਰਨਮੈਂਟ ਨੂੰ ਵੀ ਚਾਹੀਦਾ, ਉਹਨਾਂ ਨੇ 2 ਵਾਈਸ ਚਾਂਸਲਰ ਦੇ ਘਟਾ ਕੇ 6 ਮਹੀਨੇ ਕਰਤੀ, ਉਦੋਂ ਬਾਅਦ ਬੋਲੇ ਹੀ ਨਹੀਂ ਸਰਕਾਰ ਨਾਲ ਚੀਫ ਮਿਨਿਸਟਰ। ਹਾਂ ਇਹ ਵੀ ਗੱਲ ਠੀਕ ਹੈ। ਗਵਰਨਰ ਨੇ ਬੀਗੇ ਚਾਂਸਲਰ ਕਹਿਤਾ ਕਿ ਨਹੀਂ ਜੀ 1 ਸਾਲ ਨਹੀਂ 6 ਮਹੀਨੇ ਦਿੱਤੀ ਜਾਏਗੀ ਇਹਨਾਂ ਨੂੰ, ਉਹਨਾਂ ਨੇ ਸਾਲ ਦੀ ਅਨਾਉਂਸਮੈਂਟ ਕੀਤੀ ਹੋਈ ਸੀ। ਤੇ ਕੀ ਇਹ ਖਾਮੋਸ਼ੀ ਚੀਫ ਮਿਨਿਸਟਰ ਦੀ ਹੁਣ ਪਿੱਛੇ ਹਟਣ ਦੀ, ਥੋੜਾ ਜਿਹਾ ਬਿਡਰਾ ਕਰਨ ਦੀ ਆਪਣੇ ਇਹ ਦੁਬਾਰਾ ਵੀ ਭੇਜ ਸਕਦੇ ਸੀਗੇ ਜੇ ਚਾਹੁੰਦੇ ਤੇ। ਨਹੀਂ ਬਿਲਕੁਲ ਇਹ ਕਹਿ ਸਕਦੇ ਸੀ ਕਿ ਐਕਚੁਅਲੀ ਗਵਰਨਰ ਕੇਵਲ ਸਟੈਂਪ ਲਾਵੇ ਉਹਦੇ ਤੇ, ਰਸਮੀ ਕਾਰਵਾਈ ਕਰੇ। ਇਹ ਪ੍ਰੈਰੋਗੇਟਿਵ ਗਵਰਨਮੈਂਟ ਦਾ ਹੈ ਕਿ ਉਹਨੇ 1 ਸਾਲ ਦਾ ਵਾਧਾ ਦੇਣਾ ਜਾਂ 6 ਮਹੀਨੇ ਦਾ ਦੇਣਾ ਜਾਂ ਪੂਰਾ ਟਰਮ ਦੁਬਾਰਾ ਦੇਣੀ ਹੈ। ਇਹ ਰਾਈਟ ਤਾਂ ਆਪਣਾ ਕੈਬਨਿਟ ਦਾ ਰਾਈਟ ਹੁੰਦਾ ਨਾ, ਚੀਫ ਮਿਨਿਸਟਰ ਦਾ ਰਾਈਟ ਹੁੰਦਾ ਜੀ। ਸਰਦਾਰ ਜਗਤਾਰ ਸਿੰਘ ਜੀ, ਦੂਜਾ ਮਾਮਲਾ ਵੀ ਉਨਾ ਹੀ ਦਿਲਚਸਪ ਹੈ। ਜਦੋਂ ਕਿਉਂਕਿ ਮੈਂ ਥੋੜਾ ਜਿਹਾ ਇਸ ਤੋਂ ਵੀ ਸੀਰੀਅਸ ਮਾਮਲੇ ਵੱਲ ਇੱਕ ਸਟੈਪ ਬਾਅਦ ਚ ਜਾਊਂਗਾ, ਜਦੋਂ ਮੁੱਖ ਮੰਤਰੀ ਨੂੰ ਉਹਨਾਂ ਦੇ ਮੰਤਰੀ ਮੰਡਲ ਚ ਫੇਰਬਦਲ ਬਾਰੇ ਪੁੱਛਿਆ ਔਰ ਉੱਡਦੀਆਂ ਖਬਰਾਂ ਬਾਰੇ ਪੁੱਛਿਆ, ਕਿਉਂਕਿ ਜ਼ਿਕਰ ਹੁੰਦਾ ਰਿਹਾ, ਔਰ ਉਦੋਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਨਾ ਜੀ ਇਹ ਬੜੀ ਸਨਸਨੀ ਫੈਲਾਤੀ ਜਾਂਦੀ ਹੈ ਜੀ, ਇਹਦੇ ਨਾਲ ਮੇਰੇ ਸਾਡੇ ਮੰਤਰੀ ਡਰ ਜਾਂਦੇ ਆ, MLAs ਦੇ ਵਿੱਚ ਡਰ ਪੈਦਾ ਹੋ ਜਾਂਦਾ, ਸੋ ਐਸਾ ਕੁਝ ਨਹੀਂ ਹੈ, ਅਸੀਂ ਕੁਝ ਨਹੀਂ ਕਰ ਰਹੇ। ਸਵਾਲ ਇਸ ਗੱਲ ਦਾ ਹੈ ਕਿ ਤੁਹਾਡੇ 2 ਮੰਤਰੀਆਂ ਦੇ, ਇੱਕ ਦਾ ਡੀਓ ਲੈਟਰ, ਦੂਜੇ ਦੀ ਅਪਰੂਵਲ ਤੋਂ ਬਾਅਦ ਜਿਹਨੇ ADC ਨੇ 100 ਏਕੜ ਦੇ ਲਗਭਗ ਜ਼ਮੀਨ ਉਹਨਾਂ ਲੋਕਾਂ ਨੂੰ ਦੇਤੀ, ਪੰਚਾਇਤ ਦੀ ਜ਼ਮੀਨ ਦੇਤੀ, ਤੇ ਉਸ ਤੋਂ ਬਾਅਦ ਉਹਦੀ ਜਾਂਚ ਸ਼ੁਰੂ ਹੋਈ ਹੈ। ਜਾਂਚ ਕਿਵੇਂ ਨਿਰਪੱਖ ਹੋ ਸਕਦੀ ਹੈ ਜਿੰਨਾ ਚਿਰ ਤੁਹਾਡੇ ਉਹ ਮੰਤਰੀ ਆਪਣੇ ਅਹੁਦਿਆਂ ਤੇ ਆ? ਪਹਿਲਾਂ ਵੀ ਕਟਾਰੂ ਚੱਕ ਸਾਹਿਬ ਦੇ ਮਾਮਲੇ 'ਚ ਜਿਹੜੀ ਜਾਂਚ ਹੈ ਉਹ ਅੱਜ ਹੀ ਉਹਦਾ ਇੱਕ ਤਰ੍ਹਾਂ ਨਾਲ ਕਲੋਜ਼ਰ ਹੋਇਆ ਜੀ, ਜਿਹੜੀ SC ਕਮਿਸ਼ਨ ਕੋਲੇ ਗਈ ਸੀਗੀ। ਸੋ ਮੈਂ ਇਹ ਵੀ ਤੁਹਾਡੇ ਕੋਲ ਸਮਝਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਇੰਜ ਕਹਿ ਕੇ ਆਪਣੀ ਸੱਤਾ ਤੋਂ ਬਾਹਰ ਰਹਿੰਦਿਆਂ ਵਾਲੀ ਅਪਰੋਚ ਕਿ ਕਿਉਂ ਕੋਈ ਬੰਦਾ ਦਾਗੀ ਹੈ ਤੇ ਕਿਉਂ ਉਹ ਮੰਤਰੀ ਮੰਡਲ 'ਚ ਹੈ, ਹੁਣ ਉਹ ਤੋਂ ਪਿੱਛੇ ਹਟ ਰਿਹਾ। ਮਤਲਬ ਜਦੋਂ ਤੁਸੀਂ ਸੱਤਾ ਤੋਂ ਬਾਹਰ ਸੀ ਤੁਸੀਂ ਹੋਰ ਸੀ, ਜਦੋਂ ਤੁਸੀਂ ਸੱਤਾ ਦੇ ਅੰਦਰ ਹੋ ਤਾਂ ਹੋਰ ਹੋ। ਔਰ ਦੂਜਾ ਮਾਮਲਾ ਵੀ ਇਦਾਂ ਦਾ ਹੈ ਜਿਹੜਾ ਬਿਜਲੀ ਸਮਝੌਤਿਆਂ ਵਾਲਾ, ਸੱਤਾ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀ ਉਹਦੇ ਖਿਲਾਫ, ਤੇ ਹੁਣ ਤੁਸੀਂ ਉਹਦੇ ਤੇ ਸਫਾਈ ਦੇ ਰਹੇ ਹੋ ਕਿ ਅਸੀਂ ਨੈਗੋਸੀਏਸ਼ਨ ਕਰ ਰਹੇ ਹਾਂ, ਉਹਨਾਂ ਨਾਲ ਗੱਲਬਾਤ ਸਾਡੀ ਹੋ ਰਹੀ ਹੈ ਜੀ, ਅਸੀਂ ਉਹਨਾਂ ਨੂੰ ਰੇਟ ਘਟਾਉਣ ਲਈ ਕਿਹਾ ਜੀ, ਪ੍ਰਾਈਵੇਟ ਖੇਤਰ 'ਚ ਸਸਤੀ ਮੰਡੀ 'ਚ ਮਿਲ ਰਹੀ ਹੈ ਜੀ, ਅਸੀਂ ਉਹਨਾਂ ਨੂੰ ਕਿਹਾ ਜੀ, ਉਹ ਕਹਿੰਦੇ ਸਾਨੂੰ ਸੋਲਰ ਦਾ ਦੇ ਦਿਓ ਜੀ। ਇਹ ਕੀ ਗੱਲਾਂ ਹੋਈਆਂ ਜੀ? ਜੋ ਤੱਕ ਆਪਣਾ ਜਿਹੜੀ ਇਸ਼ੂ ਹੈ ਵਜ਼ਾਰਤ ਦੇ ਵਿੱਚ ਫੇਰ ਬਦਲ ਕਰਨ ਦਾ, ਇੱਕ ਸਿੰਪਲ ਕ੍ਰਾਈਟੇਰੀਆ ਸਰਕਾਰਾਂ ਦਾ ਹੋਣਾ ਚਾਹੀਦਾ ਹੈ, ਤੇ ਹੁੰਦਾ ਵੀ ਅਕਸਰ, ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ, ਜਿਸ ਢੰਗ ਨਾਲ ਇਹ ਮੋਰੈਲਿਟੀ ਤੇ ਐਥਿਕਸ ਦੀਆਂ ਵੈਲਿਊ ਸਿਸਟਮ ਨੂੰ ਕਲੇਮ ਕਰਦੀ ਰਹੀ ਹੈ, ਮੈਂ ਉਸ ਸੰਦਰਭ ਦੇ ਵਿੱਚ ਗੱਲ ਇਹਨਾਂ ਦੀ ਅੱਗੇ ਤੋਰੂੰਗਾ। ਜਦੋਂ ਕਿਸੇ ਮੰਤਰੀ ਤੇ ਕੋਈ ਦਾਗ ਲੱਗ ਜਾਏ ਜਾਂ ਉਹ ਸ਼ੱਕ ਦੇ ਘੇਰੇ ਵਿੱਚ ਉਹਦੀ ਫੰਕਸ਼ਨਿੰਗ ਆ ਜਾਏ, ਤੇ ਉਹ ਸ਼ੱਕ ਦੂਰ ਹੋਣੇ ਚਾਹੀਦੇ ਹੈ। ਇਹ ਕੋਈ ਆਮ, ਜਿਵੇਂ ਪਹਿਲਾਂ ਕਾਂਗਰਸ ਅਕਾਲੀ ਦਲ ਦੀ ਸਰਕਾਰ ਸੀ, ਚੱਲਦਾ ਰਹਿੰਦਾ ਸੀ ਉਹਨਾਂ ਦਾ ਰੌਲੇ ਇਹੋ ਜਿਹੇ, ਜਾਂ ਬਾਕੀ ਪਾਰਟੀਆਂ ਰਹਿ ਲਓ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਹੈ, ਇਹ ਆਪਣੇ ਆਪ ਨੂੰ ਕੱਟੜ ਇਮਾਨਦਾਰ ਪਾਰਟੀ ਕਹਾਉਂਦੇ ਸੀਗੇ, ਤੇ ਵਾਰ-ਵਾਰ ਹੁਣ ਵੀ ਇਹ ਕਲੇਮ ਕਰਦੇ ਹੈ। ਹੁਣ ਇਸੇ ਕਰਕੇ ਹੀ ਲਗਾਤਾਰ ਕੁਝ ਚਿਰ ਤੋਂ ਇਹ ਮੀਡੀਆ ਦੇ ਵਿੱਚ ਸਪੈਕੂਲੇਸ਼ਨ ਚੱਲ ਰਹੀ ਸੀਗੀ ਕਿ 2 ਮੰਤਰੀ ਡਰਾਪ ਕੀਤੇ ਜਾ ਸਕਦੇ ਹੈ। ਕਟਾਰੂ ਚੱਕ ਹੋਰਾਂ ਦਾ ਮਾਮਲਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ। ਅਲਟੀਮੇਟਲੀ ਜਿਹੜੇ ਇਹਨਾਂ ਤੇ ਚਾਰਜਿਸ ਲੱਗੇ ਸੈਕਸੁਅਲ ਮੋਲੈਸਟੇਸ਼ਨ ਦੇ, ਉਹ ਜਿਹਨੇ ਵਿਕਟਿਮ ਸੀ ਉਹਨੇ ਵਿਡਰਾ ਕਰ ਲਏ। ਨੈਚੁਰਲੀ ਗਰੀਬ ਆਦਮੀ ਇੱਕ ਪਾਵਰਫੁਲ ਬੰਦੇ ਨਾਲ ਕੋਈ ਟੱਕਰਾ ਨਹੀਂ ਲੈ ਸਕਦਾ। ਚਾਹੀਦਾ ਤਾਂ ਇਹ ਸੀਗਾ ਕਿ ਉਸੇ ਵੇਲੇ ਹੀ ਮੰਤਰੀ ਪਾਸੇ ਕਰਕੇ ਫਿਰ ਉਹ ਜਾਂਚ ਸ਼ੁਰੂ ਕੀਤੀ ਜਾਂਦੀ। ਮੋਰੈਲਿਟੀ ਤੇ ਐਥਿਕਸ ਇਹ ਡਿਮਾਂਡ ਕਰਦੀ ਹੈ ਕਿ ਜਿਹੜਾ ਮੰਤਰੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ, ਤੁਸੀਂ ਉਹਨੂੰ ਡਰਾਪ ਕਰਕੇ ਉਸ ਤੋਂ ਬਾਅਦ ਜਾਂਚ ਕਰੋ। ਕੁਲਦੀਪ ਸਿੰਘ ਧਾਲੀਵਾਲ ਹੋਰਾਂ ਤੇ ਵੀ ਇਹ ਪਠਾਨਕੋਟ ਜ਼ਮੀਨ ਦੇ ਮਾਮਲੇ ਦੇ ਵਿੱਚ, ਉਹਦੇ ਵਿੱਚ ਵੀ ਇਹ 2 ਮੰਤਰੀ ਹੀ ਆਉਂਦੇ ਹੈ। ਕਟਾਰੂ ਚੱਕ ਦਾ ਨਾਂ ਵੀ ਆਉਂਦਾ ਤੇ ਇਹ ਵੀ ਆਉਂਦੇ। ਇਹ ਮੰਤਰੀ ਕੰਸਰਨ ਸੀ ਧਾਲੀਵਾਲ ਹੋਰੀ, ਰੂਰਲ ਡਿਵੈਲਪਮੈਂਟ ਤੇ ਪੰਚਾਇਤ,
ਤੇ ਸਿਫਾਰਿਸ਼ ਪਿੱਛੋਂ ਕਟਾਰੂ ਚੱਕਰ ਆਉਂਦੀ ਹੈ। ਸੋ ਇਹ ਸ਼ੱਕ ਦੇ ਘੇਰੇ ਸੀ। ਅੱਜ ਮੁੱਖ ਮੰਤਰੀ ਨੇ ਬੜਾ ਸਪਸ਼ਟ ਕਰਤਾ ਵੀ ਸਾਨੂੰ ਆਰਾਮ ਨਾਲ ਕੰਮ ਕਰ ਲੈਣ ਦਿਓ ਮੀਡੀਆ ਵਾਲੇ ਤੁਸੀਂ, ਤੇ ਅਸੀਂ ਹਜੇ ਕੋਈ ਫੇਰ ਬਦਲ ਨਹੀਂ ਕਰਨਾ। ਇੱਕ ਹੋਰ ਵੀ ਅੱਜ ਫੋਟੋਆਂ ਚੱਲ ਰਹੀਆਂ, ਕੱਲ੍ਹ ਦੀਆਂ ਚੱਲ ਰਹੀਆਂ ਰਾਦਰ, ਮਾਨਸਾ ਤੋਂ MLA ਤੇ ਫਾਰਮਰ ਮਿਨਿਸਟਰ ਡਾਕਟਰ ਸਿੰਗਲਾ, ਤੇ ਉਹ ਮੁੱਖ ਮੰਤਰੀ ਦੇ ਨਾਲ ਘੁੰਮ ਰਹੇ ਹੈ ਫੰਕਸ਼ਨਾਂ ਦੇ ਵਿੱਚ। ਇਹ ਵੀ ਸਵਾਲ ਮੀਡੀਆ 'ਚ ਉੱਠ ਰਹੇ ਹੈ ਕਿ ਜਿਸ ਇਨਸਾਨ ਨੂੰ ਤੁਸੀਂ ਕਰਪਸ਼ਨ ਦੇ ਵਿੱਚ ਮੰਤਰੀ ਮੰਡਲ 'ਚੋਂ ਹਟਾਇਆ, ਉਹਦੀ ਐਕਟੀਵਿਟੀ ਉਸ ਤਰ੍ਹਾਂ ਹੀ ਕਾਇਮ ਹੈ, ਜਦਕਿ ਇਨਕੁਆਇਰੀ ਤਾਂ ਕੋਈ ਹੁਣ ਤੱਕ ਸਾਹਮਣੇ ਆਈ ਨਹੀਂ ਗੀ, ਉਹ ਵੀ ਮਾਮਲਾ ਵਿੱਚ ਹੀ ਲਟਕਿਆ ਹੋਇਆ। ਸੋ ਇਹ ਜਿਹੜੀ ਫੰਕਸ਼ਨਿੰਗ ਸਰਕਾਰ ਦੀ ਹੈਗੀ ਹੈ, ਇਹ ਡਾਊਟਫੁਲ ਨਹੀਂ ਹੋਣੀ ਚਾਹੀਦੀ, ਕਿਉਂਕਿ ਤੁਸੀਂ ਇੱਕ ਵੈਲਿਊ ਸਿਸਟਮ ਕਲੇਮ ਕਰਦੇ ਹੈ। ਮੈਂ ਵਾਰ-ਵਾਰ ਵੈਲਿਊ ਸਿਸਟਮ ਦੀ ਗੱਲ ਕਰ ਰਿਹਾ। ਇਹ ਆਪਣੇ ਆਪ ਨੂੰ ਬਹੁਤ ਉੱਪਰਲੀ ਲੈਵਲ ਤੇ ਰੱਖ ਕੇ ਗੱਲ ਕਰਦੇ ਸੀਗੇ। ਤਾਂ ਜੇ ਇਹਨਾਂ ਦੀਆਂ ਆਪਣੇ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਸਟੇਟਮੈਂਟਸ ਚੱਕ ਲਓ, ਉਹ ਕੱਟੜ ਇਮਾਨਦਾਰ ਤੋਂ ਥੱਲੇ ਤਾਂ ਗੱਲ ਹੀ ਨਹੀਂ ਕਰਦੇ, ਜਦਕਿ ਉਹਨਾਂ ਦੇ ਆਪਣੇ ਡਿਪਟੀ CM ਇਸ ਵੇਲੇ ਅੰਦਰ ਹੈ ਤੇ ਬੇਲ ਵੀ ਨਹੀਂ ਹੋ ਰਹੀ। ਸੋ ਇਹ ਜਿਹੜਾ ਡਬਲ ਸਟੈਂਡਰਡ ਹੈ, ਇਹ ਨਹੀਂ ਹੋਣਾ ਚਾਹੀਦਾ ਲੋਕਾਂ ਦਾ। ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਘੇਰੇ ਦੇ ਵਿੱਚ ਆ ਗਿਆ ਸ਼ੱਕ ਦੇ, ਉਹ ਸ਼ੱਕ ਦੀ ਗੁੰਜਾਇਸ਼ ਕੋਈ ਰਹਿਣ ਨਹੀਂ ਦੇਣੀ ਚਾਹੀਦੀ, ਉਹ ਦੂਰ ਹੋਣਾ ਚਾਹੀਦਾ। ਦੂਸਰੀ ਗੱਲ, ਉਹ ਵੀ ਇੰਨੀ ਹੀ ਇੰਪੋਰਟੈਂਟ ਹੈ, ਪਿਛਲੇ ਅਕਾਲੀ ਸਰਕਾਰ ਵੇਲੇ ਐਗਰੀਮੈਂਟ ਸਾਈਨ ਹੋਏ ਸੀਗੇ ਸਰਕਾਰ ਦੇ ਵਿੱਚ ਤੇ ਪ੍ਰਾਈਵੇਟ ਥਰਮਲ ਪਲਾਂਟ ਦੇ ਵਿੱਚ ਪਾਵਰ ਸਪਲਾਈ ਕਰਨ ਦੇ। ਉਹਦੇ 'ਚ ਇੱਕ ਕਲਾਸ ਰੱਖੀ ਗਈ ਸੀਗੀ ਕਿ ਸਰਕਾਰ ਬਿਜਲੀ ਲਵੇ ਜਾਂ ਨਾ ਲਵੇ, ਥਰਮਲ ਪਲਾਂਟਸ ਨੂੰ ਇੰਨੇ ਪੈਸੇ ਦੇਣੇ ਪੈਣੇ। ਇੱਕ ਫਿਕਸ ਰੇਟ ਹੋ ਗਿਆ, ਜਿਹਦੇ ਵਿੱਚ ਸੈਂਕੜੇ ਕਰੋੜ ਦਾ ਘਾਟਾ ਪੰਜਾਬ ਸਰਕਾਰ ਨੂੰ ਪਿਆ। ਇਹ ਲਗਾਤਾਰ ਜਦੋਂ ਕਾਂਗਰਸ ਪਹਿਲਾਂ ਸੀ, ਸਿੱਧੀ ਲੜਾਈ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ, ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸੀ ਵੀ ਕਹਿੰਦੇ ਰਹੇ ਵੀ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਹਿਲਾ ਕੰਮ ਇਹੀ ਕਰਾਂਗੇ ਕਿ PPA ਅਸੀਂ ਰਿਜੈਕਟ ਕਰਾਂਗੇ। ਸਰਕਾਰ ਬਣ ਗਈ, PPA ਕਾਇਮ ਰਹੇ। ਰਾਦਰ ਸੁਨੀਲ ਜਾਖੜ ਉਦੋਂ ਲਗਾਤਾਰ ਇਸ਼ੂ ਟੇਕਅਪ ਕਰਦੇ ਹੁੰਦੇ ਸੀ ਵੀ ਅਸੀਂ ਰਿਜੈਕਟ ਕਰਨੇ ਹੈ PPA ਸਾਰੇ, ਤੇ ਬਾਅਦ 'ਚ ਵੀ ਇਹਨਾਂ ਨੂੰ ਪੁੱਛਿਆ ਜਾਂਦਾ ਰਿਹਾ ਬਈ ਹੁਣ ਦੱਸੋ। ਗੱਲ ਉੱਥੇ ਖੜੀ ਰਹੀ। ਈਵਨ ਵਾਈਟ ਪੇਪਰ ਵੀ ਇਹ ਨਹੀਂ ਲਿਆ ਸਕੇ ਸੀਗੇ ਜੀ। ਇੱਕ ਪਹਿਲਾ ਪ੍ਰੋਮਿਸ ਸੀ ਕਿ ਵਾਈਟ ਪੇਪਰ ਲੈ ਕੇ ਆਵਾਂਗੇ, ਦੂਸਰਾ ਸੀ ਕਿ ਵਾਈਟ ਪੇਪਰ ਲਿਆ ਕੇ ਅਸੀਂ ਰਿਜੈਕਟ ਕਰਾਂਗੇ। ਵਾਈਟ ਪੇਪਰ ਵੀ ਨਹੀਂ ਆਇਆ, ਕਿਉਂਕਿ ਜਿਹੜੇ ਅਫਸਰਾਂ ਨੇ ਉਸ ਵੇਲੇ PPA ਸਾਈਨ ਕੀਤਾ ਸੀਗਾ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਇੰਪੋਰਟੈਂਟ ਪੋਜੀਸ਼ਨ ਦੇ ਵਿੱਚ ਸੀ। ਤੇ ਉਸ ਵੇਲੇ ਫਾਈਨਾਂਸ ਨੇ ਜਿਹੜੀ ਫਾਈਲ ਕਲੀਅਰ ਕੀਤੀ ਸੀ, ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਸੀਗੇ, ਸੁਣਿਆ ਕਿ ਫਾਈਨਾਂਸ ਮਿਨਿਸਟਰ, ਜਦੋਂ PPA ਸਾਈਨ ਹੋਏ ਹੈ ਤੇ ਅਗਲੀ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਉਹ ਫਾਈਨਾਂਸ ਮਿਨਿਸਟਰ ਸੀਗੇ। ਸੋ ਬੜੀਆਂ ਇਹਦੇ 'ਚ ਇੰਟਰੀਕੇਸੀ ਸੀ। ਟੈਕਨੀਕੈਲਿਟੀ ਤਾਂ ਵੱਖਰੀ ਹੈਗੀ ਕਿ ਉਹ ਰਿਜੈਕਟ ਹੋ ਸਕਦਾ, ਨਹੀਂ ਹੋ ਸਕਦੇ, ਕੋਰਟਾਂ ਦੇ ਵਿੱਚ ਵੀ ਮਾਮਲੇ ਗਏ ਸਾਰੇ। ਲੇਕਿਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੀ ਗੱਲ ਕਹਿੰਦੀ ਰਹੀ ਕਿ ਅਸੀਂ ਇਹਨਾਂ ਦੇ ਇਨਕੁਆਇਰੀ ਕਰਾਂਗੇ, ਇੱਥੇ ਰਿਜੈਕਟ ਕਰਾਂਗੇ। ਅੱਜ ਉਹਨਾਂ ਨੇ ਬੜੀ ਗੱਲ ਕਲੀਅਰ ਜੀ ਕਰਤੀ। ਉਹਨਾਂ ਨੇ ਕਿਹਾ ਵੀ ਆਪਣੇ ਗੋਇੰਦਵਾਲ ਸਾਹਿਬ ਦਾ ਪ੍ਰੋਜੈਕਟ ਅਸੀਂ ਟੇਕ ਓਵਰ ਹੀ ਕਰ ਰਹੇ ਹਾਂ ਵਰਚੁਅਲੀ, ਤੇ 2 ਹੋਰ ਰਹਿ ਗਏ। ਤੇ ਉਹਨਾਂ ਦੀ ਅੱਜ ਜਿਹੜੀ ਐਮਫੈਸਿਸ ਸੀ ਉਹ ਇਹ ਸੀ ਕਿ ਅਸੀਂ ਥਰਮਲ ਪਾਵਰ ਦੇ ਐਗਰੀਮੈਂਟ ਸਾਈਨ ਕੀਤੇ ਹੈ ਤੇ ਬਹੁਤ ਘੱਟ ਰੇਟ ਤੇ ਕੀਤੇ ਹੈ। ਉਹ ਭਾਖੜਾ ਦੀ ਕੰਪਨੀ ਇੱਕ ਹੋਰ ਫਲੋਟ ਕੀਤੀ ਗਈ ਹੈ ਥਰਮਲ ਦੀ, ਭਾਖੜਾ ਬੋਰਡ ਦੀ, ਤੇ ਉਹਨਾਂ ਨੇ ਸਤਲੁਜ ਨਿਗਮ ਦੇ ਨਾਲ ਸਾਈਨ ਕੀਤੇ ਹੈ। ਬੇਸਿਕ ਐਮਫੈਸਿਸ ਉਹਨਾਂ ਦੀ ਇਹ ਸੀ, ਲੇਕਿਨ ਉਹਨਾਂ ਨੇ PPA ਖਤਮ ਕਰਨ ਦੇ ਬਾਰੇ ਪੁਰਾਣੇ ਉਹ ਤੋਂ ਗੱਲ ਅਵੋਇਡ ਕੀਤੀ ਹੈ। ਸੋ 2 ਇਸ਼ੂ ਇੰਪੋਰਟੈਂਟ ਹੋਰ ਸੀ ਜੀ। ਸਰਦਾਰ ਹਰਮੀਤ ਸਿੰਘ ਜੀ, ਬਹੁਤ ਅਹਿਮ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਯਾਦ ਕਰਾਈਏ ਕਿ ਜਦੋਂ ਇਹ PPA ਆਉਂਦੇ ਨੇ, ਇਹ ਪਾਵਰ ਪਰਚੇਜ ਐਗਰੀਮੈਂਟ ਆਉਂਦੇ ਨੇ, ਥਰਮਲ ਲੱਗਦੇ ਨੇ, ਵੱਡੀ ਗੱਲ ਇਹ ਹੈ ਕਿ ਉਦੋਂ ਦੀ ਲੋਡ ਕਿੰਨੀ ਸੀ, ਔਰ ਜੇ ਲੋਡ 2000 ਮੈਗਾਵਾਟ ਦੇ ਤਾਕਤ ਦੇ ਲਾਉਣੇ ਸੀਗੇ ਤਾਂ ਉਹ 5000 ਜਾਂ 6000 ਮੈਗਾਵਾਟ ਦੇ ਕਿਉਂ ਲੱਗੇ? ਕਿਉਂਕਿ ਉਹਦੇ ਵਿੱਚ ਫਿਕਸ ਚਾਰਜਸ ਵੀ ਸੀਗੇ ਜਿਹੜੇ ਲੋਕਾਂ ਨੂੰ ਦੇਣੇ ਪੈਣੇ ਸੀ। ਉਹ ਖੜੇ ਖਲੋਤੇ ਵੀ ਚਿੱਟੇ ਹਾਥੀ ਵਾਂਗ ਵੀ ਰਹਿਣ ਸਰਦੀਆਂ ਦੇ ਵਿੱਚ, ਸਾਡੀ ਇੱਥੇ ਮੰਗ ਹੀ 2 ਮਹੀਨੇ ਦੀ ਹੁੰਦੀ ਹੈ, ਤਾਂ ਫਿਰ ਉਹ ਪੈਸੇ ਤਾਂ ਲੋਕਾਂ ਦੇ ਸਿਰ ਪੈ ਗਏ।
ਦੂਜੀ ਗੱਲ ਇਹਦੇ ਵਿੱਚ ਜਿਹੜੀ ਅਤ ਅਹਿਮ ਸੀ ਕਿ ਜਦੋਂ ਇਹ ਸਮਝੌਤੇ ਹੋਏ ਉਸ ਵੇਲੇ ਇਹ ਮੱਦ ਕਿਉਂ ਪਾਈ ਗਈ ਕਿ ਤੁਸੀਂ ਬਿਜਲੀ ਬਾਹਰ ਨਹੀਂ ਵੇਚ ਸਕੋਗੇ, ਮਤਲਬ ਇਸ ਮੱਦ ਦੇ ਆਉਣ ਤੋਂ ਬਾਅਦ, ਤੇ ਉਹਦਾ ਕਾਰਨ ਕਿ ਤੁਹਾਨੂੰ ਫਿਕਸ ਚਾਰਜ ਦੇਣੇ ਪੈਣਗੇ। ਮਤਲਬ ਗਵਰਨਮੈਂਟ ਨੇ ਇਹ ਜਿਹੜੇ ਐਗਰੀਮੈਂਟ ਲਿਖਣ ਲੱਗਿਆ, ਬਣਾਉਣ ਲੱਗਿਆ, ਬਹੁਤ ਵੱਡੇ ਕੈਨਵਸ ਤੇ ਦੇਖਿਆ ਹੀ ਨਹੀਂ ਕਿ ਆਉਂਦੇ ਸਮੇਂ 'ਚ ਨੁਕਸਾਨ ਕੀ ਹੋਣਗੇ। ਵੱਖਰੀ ਗੱਲ ਆ ਕਿ ਵੱਖ-ਵੱਖ ਮੌਕਿਆਂ ਤੇ ਜਦੋਂ ਅਫਸਰਾਂ ਨਾਲ ਗੱਲ ਹੁੰਦੀ ਰਹੀ ਤਾਂ ਉਹ ਕਹਿੰਦੇ ਰਹੇ ਕਿ ਜਿਹੜਾ ਕੇਂਦਰੀ ਰੈਗੂਲੇਟਰ ਹੈ ਉਹਦੀਆਂ ਹਦਾਇਤਾਂ ਅਨੁਸਾਰ ਹੀ ਸਭ ਕੁਝ ਹੁੰਦਾ ਰਿਹਾ, ਲੇਕਿਨ ਸਾਡੀ ਲੋੜ ਕਿੰਨੀ ਸੀ ਤੇ ਉਸ ਤੋਂ ਵੱਧ ਤਾਕਤ ਦੇ ਅਸੀਂ ਕਿਉਂ ਲਾ ਲਏ, ਕਿੰਨੇ ਹਜ਼ਾਰ ਮੈਗਾਵਾਟ ਵੱਧ ਦੇ ਉਦੋਂ ਅਸੀਂ ਲਾ ਲਏ ਤੇ ਫਿਕਸ ਚਾਰजेस ਦੇ ਰੂਪ 'ਚ ਲੋਕਾਂ ਦੇ ਉੱਤੇ ਬੋਝ ਸੁੱਟਤਾ। ਇਹ ਮਾਮਲਾ ਅਜੇ ਜਿਉਂ ਦਾ ਤਿਉਂ ਖੜਾ ਹੈ। ਦੂਜਾ ਸਰਦਾਰ ਹਰਮੀਤ ਸਿੰਘ ਜੀ ਮਾਮਲਾ ਇਹ ਵੀ ਖੜਾ ਹੈ ਕਿ ਅਕਾਲੀ ਗਵਰਨਮੈਂਟ ਵੇਲੇ ਹੀ ਜਿਹੜੇ ਬਾਕੀ ਸੀਗੇ, ਜਿਹੜੀ ਗ੍ਰੀਨ એનર્ਜੀ ਜਿਹਨੂੰ ਕਹਿੰਦੇ ਨੇ, ਜਿਹਦੇ ਵਿੱਚ ਸੋਲਰ ਵੀ ਹੈ ਤੇ ਬਾਇਓਮਾਸ ਵੀ, ਤੇ ਉਹ ਸਾਰੇ ਬਾਕੀ ਜਿਹੜੇ ਪਲਾਂਟ ਨੇ ਉਹਨਾਂ ਤੇ ਬਹੁਤ ਮਹਿੰਗੀ ਬਿਜਲੀ ਦੇ ਐਗਰੀਮੈਂਟ ਹੋਇਆ। 18 ਰੁਪਏ ਉੱਪਰਲੀ ਹੱਦ ਹੈ ਕਿ 18 ਰੁਪਏ ਤੱਕ ਵੀ ਬਿਜਲੀ ਖਰੀਦੀ ਜਾਂਦੀ ਹੈ, ਔਰ ਜਿਹੜਾ ਪਾਵਰ ਰੈਗੂਲੇਟਰ ਹੈ ਉਹ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਗ੍ਰੀਨ એનર્ਜੀ ਖਰੀਦੋ, ਮਤਲਬ ਜਿਹੜੀ ਬਿਜਲੀ ਸਾਨੂੰ ਬਹੁਤ ਮਹਿੰਗੀ ਪਾਵਰਕਾਮ ਨੂੰ ਮਿਲਣੀ ਆ ਉਹ ਖਰੀਦਣੀ ਵੀ ਸਭ ਤੋਂ ਪਹਿਲਾਂ ਹੈ। ਸੋ ਇਹ ਜਿਹੜੇ ਮਾਮਲੇ ਆ ਕਿ ਮੁੱਖ ਮੰਤਰੀ ਸਾਹਿਬ ਦੇ ਧਿਆਨ ਤੋਂ ਬਾਹਰ ਨੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜੇ ਤੁਹਾਡੀ ਸਮਝ ਵਿੱਚ ਇਹ ਚੀਜ਼ਾਂ ਹੋਣ, ਤੁਸੀਂ ਸਮੇਂ-ਸਮੇਂ ਤੇ ਦੇਖਦੇ ਰਹੋ ਕਿ ਇੰਨੀਆਂ ਜ਼ਿਆਦਾ ਕਮੀਆਂ ਕਮਜ਼ੋਰੀਆਂ ਨੇ ਇਹਨਾਂ ਐਗਰੀਮੈਂਟਸ ਦੇ ਵਿੱਚ, ਤੇ ਨਾ ਕਾਂਗਰਸੀ ਇੱਧਰ ਆਏ ਨਾ ਅਕਾਲੀਆਂ ਨੇ ਇਹਨੂੰ ਰੀਵਿਜ਼ਿਟ ਕੀਤਾ। ਹੁਣ ਇਹ ਵਾਲੇ ਤਾਂ ਹੋਰ ਹੀ ਤਰੀਕੇ ਨਾਲ ਗੱਲ ਕਰ ਰਹੇ ਆ ਜੀ। ਇਹਦਾ ਮਤਲਬ ਸੱਤਾ ਦੇ ਅੰਦਰ ਤੇ ਸੱਤਾ ਦੇ ਬਾਹਰ ਨਜ਼ਰੀਆ ਬਦਲ ਜਾਂਦਾ, ਜਾਂ ਬਿਊਰੋਕ੍ਰੇਸੀ ਤੁਹਾਡੇ ਕੰਨ 'ਚ ਜੋ ਫੂਕ ਮਾਰਦੀ ਆ, ਤੁਹਾਡੀ ਅਪਰੋਚ ਤੇ ਲੋਕਾਂ ਵਾਲਾ ਮਾਦਾ ਪਾਸੇ ਚਲੇ ਜਾਂਦਾ, ਤੁਸੀਂ ਉਦੋਂ ਸੱਤਾ ਧਿਰ ਦੇ ਹੋ ਜਾਂਦੇ ਹੋ ਜੀ। ਇੰਨੀ ਕੁ ਕਹਾਣੀ ਹੈ ਜੀ। ਇਹ ਸਾਰੀਆਂ ਦਲੀਲਾਂ, ਇਦੋਂ ਵੀ ਵੱਧ ਦਲੀਲਾਂ ਪੁਆਇੰਟ ਵਾਈਜ਼ ਆਮ ਆਦਮੀ ਪਾਰਟੀ ਦਿੰਦੀ ਰਹੀ ਹੈ। ਸਭ ਤੋਂ ਪਹਿਲਾਂ ਜ਼ਿਆਦਾ ਅਮਨ ਅਰੋੜਾ ਦਿੰਦਾ ਰਿਹਾ ਤੇ ਉਹਦੇ ਨਾਲ ਰਲ ਕੇ ਭਗਵੰਤ ਮਾਨ ਵੀ ਦਿੰਦੇ ਰਹੇ ਨੇ, ਪ੍ਰੈਸ ਕਾਨਫਰੰਸਾਂ ਕੀਤੀਆਂ ਨੇ, ਡਾਕੂਮੈਂਟ ਇਹ ਪ੍ਰੋਵਾਈਡ ਕਰਦੇ ਰਹੇ ਸਾਰੇ ਲੋਕਾਂ ਨੂੰ ਕਿ ਆਹ ਚੀਜ਼ਾਂ ਹੋਈਆਂ ਨੇ। ਇਹ ਇਕੱਲੀਆਂ ਨਹੀਂ ਹੋਈਆਂ, ਇਦੋਂ ਬਹੁਤ। ਇਹ ਸਾਰਾ ਹੀ ਫਰਾਡ ਆ ਜਿਹੜੇ ਕਹਿੰਦੇ ਨੇ ਸੈਂਟਰਲ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਕਰਕੇ ਅਸੀਂ ਤੈਅ ਕਰ ਰਹੇ ਹਾਂ। ਉਹ 'ਚ ਕੋਈ ਪ੍ਰੋਵੀਜ਼ਨ ਨਹੀਂ ਹੈ ਇਹੋ ਜੀ ਜਿਹੜੀਆਂ ਉਹਦੇ ਕਰਕੇ ਕਰਨਾ ਪਿਆ ਹੋਵੇ ਕਿਸੇ ਵੀ ਮਾਮਲੇ ਦੇ ਵਿੱਚ। ਔਰ ਉਹਦੇ 'ਚ ਬਲਕਿ ਸੈਂਟਰਲ ਜਿਹੜੀ ਪਾਲਿਸੀ ਬਣੀ ਆ ਇਲੈਕਟ੍ਰਿਸਿਟੀ ਪਾਲਿਸੀ, ਜਿਹਨੂੰ ਡਾਕਟਰ ਮਨਮੋਹਨ ਸਿੰਘ ਵੇਲੇ ਕਹਿੰਦੇ ਰਹੇ ਨੇ, ਉਹਦੇ 'ਚ ਕਲੀਅਰ ਕੱਟ ਪ੍ਰੋਵੀਜ਼ਨ ਹੈ ਕਿ ਤੁਹਾਨੂੰ ਆਪਣੇ ਹਾਲਾਤ ਦੇ ਮੁਤਾਬਕ ਜਿੱਥੇ 100% 12 ਘੰਟੇ ਰੈਗੂਲਰ 12 ਮਹੀਨੇ ਤੁਹਾਨੂੰ ਬਿਜਲੀ ਇੰਨੀ ਚਾਹੀਦੀ ਹੋਣੀ, ਤਾਂ ਤੁਸੀਂ ਕੀ ਕਰਨ ਨੂੰ ਦੇਣੀ ਹੈ। ਜੇ ਤੁਹਾਨੂੰ 4 ਮਹੀਨੇ ਚਾਹੀਦੀ ਹੈ ਤਾਂ 4 ਮਹੀਨੇ ਦਾ ਕਰੋ ਐਗਰੀਮੈਂਟ, ਤੇ ਕਿਉਂ 100% ਕਰਦੇ ਹੋ। ਔਰ ਕਿਤੇ ਨਹੀਂ ਹੈ। ਇਹ ਸਾਰੀਆਂ ਦਲੀਲਾਂ ਬਿਨਾਂ ਮਤਲਬ ਦੀਆਂ ਦਲੀਲਾਂ ਨੇ, ਜਿਹੜੀਆਂ ਫੈਕਚੁਅਲ ਨਹੀਂ ਹੈ, ਤੱਥਾਂ ਤੋਂ ਦੂਰ ਦੀਆਂ ਗੱਲਾਂ ਨੇ ਉਸ ਮਾਮਲੇ ਦੇ ਵਿੱਚ। ਔਰ ਰੌਲਾ ਕੇਵਲ ਇੰਨਾ ਕਿ ਐਗਰੀਮੈਂਟ ਕਰਨਾ, ਔਰ ਸਾਰੀਆਂ ਗਵਰਨਮੈਂਟਾਂ ਨੇ ਇਹ ਹੋ ਗਿਆ ਜਦੋਂ ਬਿਜਲੀ ਦਾ ਕ੍ਰਾਈਸਿਸ ਆਉਣਾ ਸ਼ੁਰੂ ਹੋਇਆ, ਜਿਹਦੇ ਲਿਹਾਜ਼ ਨਾਲ ਨਾ ਤੁਸੀਂ ਹਾਈਡਰੋ ਪ੍ਰੋਜੈਕਟ ਨੂੰ, ਨਾ ਸੂਰਜ ਊਰਜਾ ਨੂੰ ਜਾਂ ਬਾਕੀ ਨੂੰ ਕਰ ਸਕੇ। ਪਿੱਛੇ ਜਦੋਂ ਕ੍ਰਾਈਸਿਸ ਆਉਂਦਾ ਰਿਹਾ, ਜਿੰਨੀ ਬਿਜਲੀ ਤੁਸੀਂ ਵੰਡਦੇ ਰਹੇ, ਜਿੰਨੇ ਕਨੈਕਸ਼ਨ, ਹੁਣ ਤੁਸੀਂ ਚੁੱਪ ਹੀ ਕਰਕੇ ਤੁਸੀਂ ਕਹਿ ਰਹੇ ਹੋ ਵੀ ਜੀ ਹੁਣ ਆਪਾਂ ਕਿੱਥੋਂ ਲਿਆਵਾਂਗੇ, ਹੁਣ ਰਹਿਣ ਦਿਓ, ਹੁਣ ਠੀਕ ਆ। ਅਸਲ 'ਚ ਵਜ੍ਹਾ ਇਹ ਹੈ ਤੁਸੀਂ ਇਦੋਂ ਬਾਅਦ ਬੋਲਣਾ ਛੱਡ ਗਏ ਹੋ ਉਸ ਗੱਲ ਦੇ ਉੱਤੇ। ਦੂਸਰੀ ਗੱਲ ਇਸ ਕਰਕੇ ਬੋਲਣਾ ਛੱਡ ਗਏ ਹੋ, ਜਦੋਂ ਤੁਸੀਂ ਆਉਂਦੇ ਹੋ ਇੱਕ ਸਰਕਲ ਦੇ ਵਿੱਚ, ਤੇ ਉਸ ਸਰਕਲ ਦੇ ਵਿੱਚ ਆ ਕੇ ਤੁਹਾਨੂੰ ਬਿਊਰੋਕਰੇਟ ਬਰੀਫ ਕਰਦੇ ਨੇ ਕਿ ਨਹੀਂ ਐ ਨਹੀਂ ਹੋਣਾ, ਐ ਨਹੀਂ ਹੋਣਾ, ਇਹਦੇ ਨਾਲ ਤਾਂ ਹੋ ਜੂ, ਆਹ ਹੋ ਜੂ, ਤਾਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਉਹ ਮੇਰਾ ਖਿਆਲ ਹੈ ਮੋਲਡ ਹੋ ਜਾਂਦੀ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਆਪਾਂ ਗੇਮ ਦੇ ਦੂਜੇ ਪਾਸੇ ਆ, ਪਹਿਲਾਂ ਆਪਾਂ ਗੇਮ ਤੋਂ ਬਾਹਰ ਸੀ। ਦਰਸ਼ਕ ਹੋ ਕੇ ਤਾੜੀ ਮਾਰਨੀ ਅਲੱਗ ਚੀਜ਼ ਹੈ, ਜਦੋਂ ਖੇਡਣਾ ਪੈਂਦਾ ਜਾ ਕੇ ਮੈਦਾਨ ਦੇ ਵਿੱਚ ਉਦੋਂ ਸਟੈਂਡ ਲੈਣਾ ਇੱਕ ਦੂਜੀ ਚੀਜ਼ ਹੈ। ਮੇਰੇ ਖਿਆਲ ਹੈ ਜਿਹੜੀਆਂ ਵੀ ਚੀਜ਼ਾਂ ਉਹ ਕਰਦੇ ਨੇ। ਔਰ ਇਸੇ ਕਰਕੇ ਜਿਹੜੀ ਸਿੰਗਲ ਬਿਡ ਸਿਸਟਮ ਨੂੰ ਪੰਜਾਬ ਸਟੇਟ ਰੈਗੂਲੇਟਰ ਕਮਿਸ਼ਨ ਨੇ ਇਨਕਾਰ ਕੀਤਾ ਸੀ, ਜਿਹੜਾ ਨਾਭਾ ਵਾਲਾ ਪਾਵਰ ਪਲਾਂਟ ਹੈ, ਮੋੜ ਕੇ ਕੈਬਨਿਟ ਨੂੰ ਇੰਡੋਰਸ ਕਰ ਦਿੰਦੀ ਹੈ। ਉਹਦੇ ਤੇ ਐਡਵੋਕੇਟ ਜਨਰਲ ਤੁਹਾਡਾ ਰਾਏ ਦਿੰਦਾ ਕਿ ਨਹੀਂ ਹੈ ਇਹ ਠੀਕ, ਜਿਹੜੇ ਪੁਰਾਣੇ ਠੀਕ ਹੋਏ ਉਹਨੂੰ ਤੁਸੀਂ ਸਾਈਡਲਾਈਨ ਕਰਦੇ ਹੋ। ਉਸ ਤੋਂ ਬਾਅਦ ਚੰਨੀ ਗਵਰਨਮੈਂਟ ਵੇਲੇ ਇੱਕ ਵਾਈਟ ਪੇਪਰ ਵੀ ਆਉਂਦਾ, ਔਰ ਉਹ ਵਾਈਟ ਪੇਪਰ ਵੀ ਉਸ ਪੱਧਰ ਦਾ ਨਹੀਂ ਆਉਂਦਾ ਜਿਸ ਪੱਧਰ ਦਾ ਚਾਹੀਦਾ ਸੀ। ਪਰ ਜਿੰਨਾ ਵੀ ਆ ਗਿਆ ਉਹ ਵੀ ਮੇਰਾ ਖਿਆਲ ਰੌਲਾ ਪੈਣ ਤੇ ਪ੍ਰਗਟ ਸਿੰਘ ਜੇ ਰੈਜੀਗਨੇਸ਼ਨ ਦਾ ਥ੍ਰੈਟ ਨਾ ਕਰਦੇ, ਸ਼ਾਇਦ ਉਹ ਵੀ ਨਹੀਂ ਸੀ ਆਉਣਾ ਜਿਸ ਲੈਵਲ ਦਾ ਆਇਆ ਹੋਇਆ। ਉਹ ਕਿੱਥੇ ਹੈ? ਮੁੜ ਕੇ ਉਹੀ ਕੱਢ ਲਓ, ਉਹੀ ਨੂੰ ਵਿਧਾਨ ਸਭਾ 'ਚ ਪੇਸ਼ ਕਰੋ, ਵਿਧਾਨ ਸਭਾ 'ਚ ਚਰਚਾ ਕਰੋ ਕਿ ਉਹ ਵਾਈਟ ਪੇਪਰ ਵੀ ਕੀ ਹੈ। ਉਹਦੇ ਵਿੱਚ ਵੀ ਕਲੀਅਰ ਕੱਟ ਕੁਝ ਗੱਲਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਇਹਨੂੰ ਇਤਰਾਜ਼ ਕਰਦੀਆਂ ਨੇ, ਇਹ ਸਾਰੇ ਮਾਮਲੇ ਨੂੰ ਕਾਊਂਟਰ ਕਰਦੀਆਂ ਨੇ ਕਿ ਕਿਵੇਂ ਤੁਸੀਂ। ਉਹਦੇ 'ਚ ਏਜੀ ਦੀ ਰਾਏ ਆ ਉਸ ਸਮੇਂ ਦੀ ਬਕਾਇਦਾ ਲਿਖੀ ਹੈ, ਐਡਵੋਕੇਟ ਜਨਰਲ ਕੀ ਕਹਿ ਰਿਹਾ ਸੀ, ਉਹ 'ਚ ਬਾਕੀ ਦੀਆਂ ਰਾਇਆਂ ਨੇ ਜਿਹੜੀਆਂ ਕਮਿਸ਼ਨ ਦੀਆਂ ਜਾਂ
ਪਾਲਿਸੀ ਮੈਟਰ ਦੇ ਪਹਿਰੇ ਨੇ ਕੁਝ ਪਾਏ ਹੋਏ ਕਿ ਜਿਹਨੂੰ ਇਹ ਕਹਿ ਰਹੇ ਸੀ ਕਿ ਅਸੀਂ ਇਸ ਲੈਵਲ ਦੀਆਂ ਗੱਲਾਂ ਕਰ ਰਹੇ ਹਾਂ। ਇਸੇ ਕਰਕੇ ਇਹ ਹੈ ਕਿ ਉਹਨਾਂ ਨੇ ਵੀ ਜਾਂਦੇ ਜਾਂਦੇ ਰੱਦੀ ਦੀ ਟੋਕਰੀ ਛੱਡਤਾ ਤੇ ਬਾਕੀਆਂ ਨੂੰ ਲੋੜ ਹੀ ਨਹੀਂ ਪਈ ਫਿਰ ਮੁੜ ਕੇ ਵੀ ਆਪਾਂ ਕੀ ਕਰਨਾ। ਤੇ ਸੁਖਬੀਰ ਸਿੰਘ ਬਾਦਲ ਹੋਣੀ ਕਹਿਣ ਲੱਗੇ ਕਰੋ ਨਾ ਰੱਦ, ਹੁਣ ਉਹ ਚੈਲੰਜ ਕਰ ਰਹੇ ਨੇ ਕਰੋ ਰੱਦ। ਦੂਜੀ ਗੱਲ ਉਦੋਂ ਵੀ ਜ਼ਿਆਦਾ ਪਾਰਟੀ ਦਰ ਪਾਰਟੀ ਇਹ ਗੱਲ ਕਰ ਰਹੀ ਹੈ, ਇਕੱਲੀ ਇੱਕ ਪਾਰਟੀ ਦਾ ਸਵਾਲ ਨਹੀਂ, ਇਸ ਸਰਕਾਰ ਦਾ ਨਹੀਂ ਹੈ। ਜਿਹੜਾ ਲੈਂਡ ਐਕੁਜੀਸ਼ਨ ਐਕਟ 2013 ਦਾ ਦੇਸ਼ ਦਾ ਭਾਰਤ ਦਾ ਬਣਿਆ ਹੋਇਆ, ਉਹਦੇ ਤਹਿਤ ਜਿਸ ਕਾਜ ਦੇ ਵਾਸਤੇ ਕੋਈ ਲੈਂਡ ਐਕਵਾਇਰ ਕੀਤੀ ਹੈ, ਜੇ 5 ਸਾਲ ਦੇ ਅੰਦਰ ਅੰਦਰ ਉਹ ਪ੍ਰੋਜੈਕਟ ਉੱਥੇ ਨਹੀਂ ਲੱਗਦਾ ਤਾਂ ਉਹ ਵਾਪਸ ਕਰਨੀ ਪੈਂਦੀ ਹੈ ਲੈਂਡ ਜਿਹੜੀ ਵੀ ਮਰਜ਼ੀ ਹੈ। ਔਰ ਸੰਗਤਪੁਰੇ ਦੀ ਜਿੱਥੇ ਅੱਜ ਹੀ ਭਗਵੰਤ ਮਾਨ ਹੋਣੀ ਇਹ ਕਹਿ ਰਹੇ ਨੇ ਕਿ ਸੰਗਤਪੁਰੇ ਵੀ ਬਹੁਤ ਬੜੀ ਲੈਂਡ ਲਈ ਹੋਈ ਹੈ, ਉਹ ਬਾਰ-ਬਾਰ ਗਵਰਨਮੈਂਟਾਂ ਨੂੰ ਕਹਿੰਦੇ ਨੇ ਸਾਨੂੰ ਸੂਰਜ ਦੇ ਉਹਦੇ ਚ ਕਰ ਦਿਓ, ਸੌਰਜ ਦੇ ਉਹਦੇ ਚ, ਉਹ ਲਈ ਕਿਸੇ ਮਕਸਦ ਲਈ ਸੀ। ਸੈਂਕੜੇ ਏਕੜ ਜ਼ਮੀਨ ਤੁਸੀਂ ਉੱਥੇ ਜੰਗਲ ਬਣਾਤਾ ਤੇ 5 ਸਾਲਾਂ ਦੇ ਬਾਅਦ ਕਾਰਵਾਈ ਕਿਉਂ ਸ਼ੁਰੂ ਨਹੀਂ ਹੁੰਦੀ ਕਿ ਉਹ ਵਿਡਰਾ ਕਰਨੀ ਹੈ। ਅਸੀਂ ਤੁਸੀਂ ਜੇ ਪ੍ਰੋਜੈਕਟ ਤੋਂ ਲਾ ਇੰਪਲੀਮੈਂਟ ਕਰਨ ਵਾਲੀ ਅਥਾਰਟੀ ਹੋ ਜਾਂ ਤੁਸੀਂ ਪੰਚਾਇਤੀ ਸਮਝੌਤੇ ਕਰਨ ਵਾਲੇ ਲੋਕ ਹੋ ਕੇ ਬੈਠ ਕੇ ਉਸ ਲੈਵਲ ਦੀ ਗੱਲ ਕਰੋ। ਸਰਕਾਰਾਂ ਲਾਅ ਮੁਤਾਬਕ ਚੱਲਦੀਆਂ ਨੇ, ਕਾਨੂੰਨ ਮੁਤਾਬਕ, ਐਗਰੀਮੈਂਟਾਂ ਮੁਤਾਬਕ, ਜਾਂ ਨਹੀਂ ਉਸ ਲੈਵਲ ਦੇ ਉੱਤੇ ਚੱਲਦੀਆਂ। ਔਰ ਇਹਨਾਂ ਹੀ ਦੋਨੇ ਐਗਰੀਮੈਂਟਾਂ ਦੇ ਵਿੱਚ ਇੱਕ ਕਲੀਅਰ ਕੱਟ ਗੱਲ ਹੈ, ਤੁਸੀਂ ਥੋੜੇ ਦੇਰ ਲਈ ਡਿਫਾਲਟਰ ਰਹਿਣਾ, ਥੋੜੇ ਦੇਰ ਲਈ ਡਿਫਾਲਟਰ ਰਹਿਣਾ ਤੇ ਕੰਪਨੀ ਉੱਥੇ ਜਾਏਗੀ। ਉਦੋਂ ਬਾਅਦ ਤੁਸੀਂ ਕਹਿ ਦਿਓ ਲੈਣ ਦੇਣ ਕਰਕੇ ਬਿਲਕੁਲ ਹੀ ਐਗਰੀਮੈਂਟ ਭੰਗ ਹੋ ਸਕਦੇ ਨੇ। ਤਰੀਕਾਕਾਰ ਹੈਗਾ ਉਹਦਾ, ਕੌਣ ਕਹਿੰਦਾ ਉਹਦਾ ਤਰੀਕਾਕਾਰ ਨਹੀਂ? ਜੋ ਚੋਂ ਵਿਡਰਾ ਕਰਨਾ ਹੋਵੇ, ਜਿਹੜੀ ਧਿਰ ਵਿਡਰਾ ਕਰੂਗੀ ਉਹ ਦੂਜੀ ਧਿਰ ਉੱਥੇ ਜਾਏਗੀ। ਮਤਲਬ ਉਸ ਤੋਂ ਬਾਅਦ ਤੁਸੀਂ ਕਹੋ ਸਾਡਾ ਤਾਂ ਨਹੀਂ ਪਬਲਿਕ ਇੰਟਰਸਟ, ਇਨ ਦਾ ਪਬਲਿਕ ਇੰਟਰਸਟ ਗਵਰਨਮੈਂਟ ਕੋਲ ਇੰਨਾ ਰਾਈਟਸ ਨੇ, ਨਹੀਂ ਤਾਂ ਇਹ ਉਡੀਕ ਕਰ ਰਹੇ ਹਾਂ ਅਸੀਂ ਕਿ ਜਿਹੜਾ ਬਿਜਲੀ ਬਿੱਲ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਉੱਥੇ ਇੱਕ ਸੈਂਟਰਲ ਅਥਾਰਟੀ ਹੋਏਗੀ, ਜਿਹੜੀ ਅਥਾਰਟੀ ਪ੍ਰਾਈਵੇਟ ਥਰਮਲਾਂ ਨਾਲ ਜਾਂ ਪ੍ਰਾਈਵੇਟ ਕੰਪਨੀਆਂ ਨਾਲ ਤੁਹਾਡੇ ਐਗਰੀਮੈਂਟ ਨੇ, ਉਹਨਾਂ ਨੂੰ ਜੇ ਤੁਸੀਂ ਇੰਪਲੀਮੈਂਟ ਨਹੀਂ ਕਰਦੇ ਤਾਂ ਸਟੇਟ ਗਵਰਨਮੈਂਟਾਂ ਖਿਲਾਫ ਕਾਰਵਾਈ ਹੋ ਸਕਦੀ ਹੈ। ਔਰ ਉਹ ਡਾਇਰੈਕਟ ਬਲਡੋਜ਼ ਕਰੂਗੀ ਸਟੇਟ ਗਵਰਨਮੈਂਟਾਂ ਨੂੰ, ਸਟੇਟ ਗਵਰਨਮੈਂਟਾਂ ਦੇ ਹੱਥ ਵੱਢੇ ਜਾਣਗੇ ਉਸ ਸਾਰੇ ਮਾਮਲੇ ਦੇ ਵਿੱਚ ਅੱਗੇ ਤੋਂ ਜਿਹੜਾ ਵੀ ਤੁਸੀਂ ਕਰੋਗੇ ਕਿਸੇ ਵੀ ਲੈਵਲ ਦਾ। ਔਰ ਉਹਦੇ ਤੇ ਤੁਹਾਡਾ ਇਤਰਾਜ਼ ਕੀ ਨੇ, ਕਿਉਂ ਰੌਲਾ ਨਹੀਂ ਪਾ ਰਹੇ ਜਿਹਦੀ ਕੱਲੀ ਕੱਲੀ ਕਲਾਜ ਬਿਨਾਂ ਐਕਟ ਤੋਂ ਲਾਗੂ ਹੋ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ? ਹੁਣ ਤੱਕ ਐਕਟ ਹੀ ਆ ਗਿਆ ਸੀ ਪਿਛਲੇ ਵਾਰ ਐਸੇ ਸੈਸ਼ਨ ਦੇ ਵਿੱਚ ਉਹ, ਤੇ ਬਹੁਤ ਜ਼ਿਆਦਾ ਰੌਲਾ ਨਹੀਂ ਹੈ ਕੋਈ ਕਿ ਇਹਦੇ ਤੇ ਅਸੀਂ ਕੰਟਰਾਡਿਕਟਰੀ ਕੁਝ ਗੱਲਾਂ ਖੜੀਆਂ ਕਰੀਏ। ਔਰ ਇਸੇ ਲਈ ਇਹ ਜਿਹੜੇ ਸਾਰੇ ਇੱਕ ਮਤਲਬ ਪੰਜਾਬ ਦੇ ਵਿੱਚ ਇਹ ਐਕਟ ਤੁਸੀਂ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਨੇ ਜੀ ਅਸੀਂ ਦੇ ਦਾਂਗੇ। ਅੱਜ ਚੀਫ ਮਿਨਿਸਟਰ ਨੇ ਇਹ ਗੱਲ ਕਹੀ ਹੈ ਮੁੜ ਕੇ ਕਿ ਕਿਸੇ ਨੇ ਪੁੱਛਿਆ ਨਾ ਵੀ ਤੁਸੀਂ ਕੀ ਕਰੋਗੇ ਇਹਦੇ ਤੇ, ਜਿਹੜੇ ਵੱਡੇ ਬੰਦਿਆਂ ਦੀ ਬਿਜਲੀ ਘੱਟੋ ਘੱਟ ਵਾਪਸ ਲਾਓਗੇ ਕਿ ਨਹੀਂ? ਨਹੀਂ ਅਸੀਂ ਕੁਝ ਨਹੀਂ ਕਰਦੇ, ਜੋ ਚੱਲ ਰਿਹਾ ਅਸੀਂ ਉਵੇਂ ਹੀ ਚਲਾਵਾਂਗੇ। ਕਿਉਂਕਿ ਉਹਦੇ ਨਾਲ ਨਾ ਰੌਲਾ ਪੈ ਜਾਂਦਾ, ਅੱਧੇ ਬੰਦਿਆਂ ਨੂੰ ਹੋ ਜਾਂਦਾ ਮੇਰੀ ਵੀ ਕੱਟੀ ਜਾਊਗੀ, ਮੇਰੀ ਵੀ ਕੱਟੀ ਜਾਊਗੀ, ਮੇਰੀ ਵੀ। ਇਹਦਾ ਮਤਲਬ ਤੁਸੀਂ ਸਟੇਟਸ ਕੋਇਸਟ ਹੋ ਜਾਂਦੇ ਹੋ ਜਦੋਂ ਆ ਕੇ, ਤੁਸੀਂ ਫਿਰ ਤਬਦੀਲੀ ਦੀ ਦੌਰ ਦੇ ਵਿੱਚ ਨਹੀਂ ਜਾਂਦੇ, ਕਿਉਂਕਿ ਜਿਹੜੀਆਂ ਮਾੜੀਆਂ ਮੋਟੀਆਂ ਤੰਗੀਆਂ ਜਾਂ ਚੈਲੰਜ ਆਉਣੇ ਹੁੰਦੇ ਨੇ ਉਹਨਾਂ ਨੂੰ ਫੇਸ ਕਰਨ ਦੇ ਲਾਇਕ ਨਹੀਂ ਰਹਿੰਦੇ। ਇਸ ਕਰਕੇ ਕਹਿੰਦੇ ਵੀ ਜੋ ਜਿਵੇਂ ਚੱਲਦਾ ਉਹਨੂੰ ਚੱਲਣ ਦਿਓ, ਤੁਸੀਂ ਉਸ ਪਾਲਿਸੀ ਤੇ ਚੱਲੇ ਹੋ, ਜੋ ਜਿਵੇਂ ਚੱਲਦਾ ਉਹਨੂੰ ਚੱਲਣ ਦਿਓ। ਉਹੀ ਆ ਰਿਹਾ ਇਹ ਲੈਂਡ ਦੇ ਮਾਮਲੇ ਦੇ ਵਿੱਚ ਸੀ ਸਭ ਤੋਂ ਵੱਡੀ ਪ੍ਰਾਪਤੀ ਦੇ ਤੌਰ ਤੇ, ਨੰਬਰ 1 ਪ੍ਰਾਪਤੀ ਦੇ ਤੌਰ ਤੇ ਇਸ ਗਵਰਨਮੈਂਟ ਨੇ 1 ਸਾਲ ਜੇ ਕੋਈ ਗੱਲ ਪ੍ਰਚਾਰਿਤ ਕੀਤੀ ਹੈ ਉਹ ਕੀਤੀ ਹੈ ਪੰਚਾਇਤੀ ਲੈਂਡ ਛਡਾਉਣ ਦੇ ਮਾਮਲੇ ਦੇ ਵਿੱਚ, ਕਿ ਅਸੀਂ ਇੰਨੇ ਦੀ ਛਡਾ ਲਈ, ਇੰਨੇ ਦੀ ਛਡਾ ਲਈ। ਉਸੇ ਚ ਜਦੋਂ ਘਪਲਾ ਤੁਹਾਡੇ ਮਿਨਿਸਟਰ ਕਰ ਰਹੇ ਨੇ ਤੇ ਪ੍ਰਾਈਵੇਟ ਪਲੇਅਰਾਂ ਨੂੰ ਦੇ ਰਹੇ ਨੇ, ਤੁਹਾਡੀ ਕਹਿਣੀ ਤੇ ਕਰਨੀ ਦਾ ਮਾਮਲਾ ਕੀ ਹੈ? ਉਹ ਕਿੱਥੇ ਜਾ ਕੇ ਫਸਦੀ ਹੈ ਗੱਲ ਕਿ ਕੀ ਕਰਦੇ ਰਹੇ ਕਿਸਾਨ? ਉਹ ਫਰਾਡ ਸੀ ਸਾਰੀਆਂ ਪ੍ਰੈਸ ਕਾਨਫਰੰਸਾਂ। ਤੁਸੀਂ ਆਪ ਚੀਫ ਮਿਨਿਸਟਰ ਜਾ ਕੇ ਉੱਥੇ ਖੜ ਕੇ, ਜਿੱਥੇ ਸਿਮਰਜੀਤ ਮਾਨ ਦਾ ਵੀ ਨਾਂ ਆਇਆ ਸੀ ਪਹਿਲਾਂ ਤਾਂ ਉਹਨਾਂ ਨੇ ਰਿਬਟਲ ਦੇਤੇ ਸਾਰੇ, ਮੁੜ ਕੇ ਤੁਹਾਡੇ ਤੋਂ ਕੁਝ ਹੋਇਆ ਨਹੀਂ। ਉੱਥੇ ਖੜ ਕੇ ਫੋਟੋਆਂ ਤੁਸੀਂ ਆਮ ਖਿਚਾਉਂਦੇ ਹੋ ਜਿਵੇਂ ਕਬਜ਼ਾ ਲੈਣ ਚੱਲੇ ਹੋ, ਉੱਥੇ ਗੋਲੀਆਂ ਚੱਲਣ ਲੱਗੀਆਂ ਹੁਣ ਕਿ ਪ੍ਰਾਈਵੇਟ ਮਾਮਲੇ ਦਾ ਕਬਜ਼ਾ ਲੈਣ ਚੱਲੇ ਹੋ। ਤੇ ਜਿਹੜੇ ਵਿਚਾਰੇ ਆਬਾਦਕਾਰ ਤੰਗ ਕਰ ਲਏ ਤੁਸੀਂ, ਜਿਹੜੇ 47 ਤੋਂ ਆ ਕੇ ਸੀ ਜਿਨ੍ਹਾਂ ਦੇ ਵੋਟਰਾਂ ਲੱਗੀਆਂ ਨੇ, ਨਾਮ ਤੇ ਸਾਰਾ ਕੁਝ ਹੈ, ਉਹ ਤਾਂ ਚਲੋ ਤੰਗ ਕਰ ਹੀ ਦਿੱਤੇ ਜਿੰਨੇ ਕਿ ਜਿਨ੍ਹਾਂ ਨੇ ਮੁੜ ਕੇ ਬਾਹ ਲੀਆਂ ਨੇ ਫੇਰ ਆਪਣੇ ਤਰੀਕੇ ਦੇ ਨਾਲ, ਤੁਹਾਡਾ ਨਹੀਂ। ਪਰ ਆ ਜਿਹੜੇ ਫੈਸਲੇ ਕਰਕੇ ਕਿਸੇ ਨੂੰ ਦਿੱਤੀਆਂ ਜਾ ਰਹੀਆਂ ਜ਼ਮੀਨਾਂ ਨੇ ਉਹਦੇ ਚ ਤੁਹਾਡੇ ਕੋਲ ਕੋਈ ਨਹੀਂ। ਹਾਂ, ਜਾਂ ਜੁਡੀਸ਼ਲ ਤੇ ਮੈਜਿਸਟ੍ਰੇਟ ਜਾਂਚ ਹੋਵੇ, ਮਤਲਬ ਜਾਂ ਹਾਈ ਕੋਰਟ ਦਾ ਜੱਜ ਕਰੇ ਜਾਂ ਘੱਟੋ ਘੱਟ ਜੁਡੀਸ਼ਲ ਮੈਜਿਸਟ੍ਰੇਟ ਕਰੇ, ਫਿਰ ਕਈ ਵਾਰ ਲੋਕਾਂ ਨੂੰ ਹੋ ਜਾਂਦਾ ਵੀ ਚਲੋ ਹੈਗੇ ਨੇ ਤਾਂ ਕੋਈ ਗੱਲ ਨਹੀਂ। ਇਦੋਂ ਪਹਿਲਾਂ ਹੁਣ ਸਿੰਗਲਾ ਜੀ, ਵਿਜੇ ਸਿੰਗਲਾ, ਸਰਾਰੀ, ਉਹ ਦੋ ਦਾ ਕੀ ਕਸੂਰ ਸੀ ਫਿਰ ਕੱਲਿਆਂ ਦਾ? ਉਹ ਤਾਂ ਜੇ ਸਾਬਤ ਨਹੀਂ ਹੋਇਆ ਲੈਣ ਦੇਣ, ਇੱਥੇ ਤਾਂ ਜ਼ਮੀਨ ਸਾਬਤ ਕਰਦੀ ਹੈ ਕਿ 100 ਏਕੜ ਦਿੱਤੀ ਗਈ। ਇਹਦਾ ਮਤਲਬ ਤਕੜੇ ਤੇ ਮਾੜੇ ਦਾ ਵੀ ਕੋਈ ਸਵਾਲ ਹੈ, ਪ੍ਰਭਾਵਸ਼ਾਲੀ ਬੰਦੇ ਦਾ ਵੀ ਕੋਈ ਸਵਾਲ ਹੈ। ਜਿਵੇਂ ਅਕਾਲੀ ਦਲ ਦੀ ਗਵਰਨਮੈਂਟ ਦੇ ਵੇਲੇ ਜਦੋਂ ਐਲੀਗੇਸ਼ਨ ਲੱਗੇ, ਜਦੋਂ ਐਲੀਗੇਸ਼ਨ ਅਟਾਰੀ ਦੇ ਏਰੀਏ ਦੇ ਫੰਡਾਂ ਦੇ ਘਪਲੇ ਦਾ ਲੱਗਿਆ ਪੀਏ ਦਾ, ਤਾਂ ਉਦੋਂ ਅਸਤੀਫਾ ਲੈ ਲਿਆ ਗਿਆ ਅਟਾਰੀ ਵਾਲੇ ਮੰਤਰੀ ਤੋਂ। ਤੇ ਜਦੋਂ ਸਰਵਰ ਸਿੰਘ ਫਲੌਰ ਦੇ ਮੁੰਡੇ ਤੇ ਲੱਗੀ, ਗੁਲਜ਼ਾਰ ਸਿੰਘ ਰਾਣੀਕੇ ਤੋਂ ਬਾਅਦ
ਕਿ ਇਹ ਡਰੱਗ ਦੇ ਵਿੱਚ ਮਾਮਲੇ ਉਹਨਾਂ ਨੇ ਸਮਨ ਕਰ ਲਿਆ ਈਡੀ ਨੇ, ਤਾਂ ਉਦੋਂ ਬਾਅਦ ਸਰਵਣ ਸਿੰਘ ਫਲੌਰ ਦਾ ਅਸਤੀਫਾ ਹੋ ਗਿਆ। ਤੇ ਜਦੋਂ ਉਹੀ ਕੇਸ ਵਿਕਰਮ ਮਜੀਠੀਆ ਤੇ ਆਇਆ, ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਅਸਤੀਫਾ ਵੀ ਲੈਣਾ। ਪਾਰਟੀਆਂ ਦਾ ਸਿਸਟਮ ਹੈ ਇਹ, ਪਾਰਟੀਆਂ ਦੇ ਅੰਦਰ ਵੀ, ਕਿ ਕੀ ਸਰਾਰੀ ਤੇ ਵਿਜੇ ਸਿੰਘ ਦਾ ਕਮਜ਼ੋਰ ਸੀ, ਉਹਨਾਂ ਦਾ ਕੋਈ ਗॉडफादर ਕਿਤੇ ਨਹੀਂ ਸੀ, ਇਹਨਾਂ ਦੇ ਗॉडफादर ਨੇ ਕਿਤੇ ਦਿੱਲੀ 'ਚ ਬੈਠੇ ਨੇ, ਜਾਂ ਤੁਸੀਂ ਆਪ ਉਹਨਾਂ ਦੇ ਗॉडफादर ਹੋ। ਇਹ ਪਿਕ ਐਂਡ ਚੂਜ਼ ਕਿਉਂ ਹੁੰਦਾ ਜਦੋਂ ਇਹਨਾਂ ਮਾਮਲਿਆਂ ਦੇ ਵਿੱਚ ਆਉਂਦਾ? ਤੇ ਘੱਟੋ ਘੱਟ ਇੱਕ ਨਜ਼ਰ ਨਾਲ ਆਪਣੀ ਪਾਰਟੀ 'ਚ ਤਾਂ ਇੱਕ ਨਜ਼ਰ ਨਾਲ ਬਰਾਬਰੀ ਕਰੋ, ਬਾਹਰ ਤਾਂ ਛੱਡੋ। ਬਾਹਰੀ ਇਨਸਾਫ ਦੀ ਗੱਲ ਤਾਂ ਜੋ ਵੀ ਤੁਸੀਂ ਕਰ ਰਹੇ ਹੋ ਉਹ ਤਾਂ ਇੱਕ ਅਲੱਗ ਗੱਲ ਹੈ। ਫਿਰ ਤੁਸੀਂ ਟਾਈਲਿੰਗ ਮਿਸਰਾ ਜਿਹੜਾ ਬੀਜੇਪੀ ਆ ਉਵੇਂ ਕਿਸਾਨਾਂ ਨੂੰ ਦਰੜ ਕੇ ਉਹ ਬਣ ਕੇ ਬੈਠਾ ਮੰਤਰੀ ਯੂਨੀਅਨ ਗਵਰਨਮੈਂਟ 'ਚ, ਉਦੋਂ ਤੁਸੀਂ ਡਿਮਾਂਡ ਕਰਦੇ ਰਹੇ ਹੋ, ਜਿਹੜੀ ਕਿ ਵਾਜਬ ਗੱਲ ਹੈ, ਕਰਨੀ ਚਾਹੀਦੀ ਸੀ ਕਿ ਇਹਨੂੰ ਹਟਾਓ, ਇਹਨੇ ਬਹੁਤ ਧੱਕਾ ਕੀਤਾ। ਤੇ ਜਦੋਂ ਉਹ ਡਿਮਾਂਡ ਕਰਦੇ ਹੋ ਜਾਂ ਤੁਹਾਡੇ ਤੇ ਆਉਂਦੀ ਹੈ ਤਾਂ ਤੁਹਾਨੂੰ ਵੀ ਤਾਂ ਉਹਨੂੰ ਹਟਾ ਕੇ ਹੀ ਕਰਨਾ ਚਾਹੀਦਾ, ਨਹੀਂ ਤਾਂ ਫਿਰ ਕੋਈ ਜਸਟਿਸ ਨਹੀਂ ਹੋਏਗਾ, ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੋਏਗੀ। ਔਰ ਮੈਨੂੰ ਲੱਗਦਾ ਡਰ ਇੱਕ ਗੱਲ ਦਾ, ਜਾਂ ਤਾਂ ਤਕੜੇ ਤੇ ਮਾਰੇਦਾ, ਜਾਂ ਇਹ ਆ ਵੀ ਅਜੇ ਤਾਂ ਸਵਾ ਸਾਲ ਹੋਇਆ, ਕਿਤੇ ਪੂਰਾ ਸਾਲ ਜਾਂਦੇ ਜਾਂਦੇ 18 ਚੋਂ 17 ਬੰਦੇ ਇਹੋ ਜਿਹੇ ਨਾ ਨਿਕਲੇ ਆਉਣ ਜਿਹੜੇ ਇਸ ਕਰਕੇ ਬਦਲਨੇ ਪੈਣ, ਜਿਨ੍ਹਾਂ ਤੇ ਕੋਈ ਕਰਪਸ਼ਨ ਚਾਰਜ ਲੱਗ ਗਿਆ, ਕਿਸੇ ਤੇ ਕੋਈ ਮਤਲਬ ਮੋਰਾਲਿਟੀ ਦਾ ਚਾਰਜ ਲੱਗ ਗਿਆ, ਚਾਰਜ ਲੱਗ ਇੰਨੇ ਬੰਦੇ ਨਿਕਲ ਲਗੇ। ਇਹ ਸ਼ਾਇਦ ਪਹਿਲੀ ਸਰਕਾਰ ਹੋਏਗੀ ਕਿਸੇ ਵੀ ਪੁਰਾਣੀ ਸਰਕਾਰ ਦੇ ਮੁਕਾਬਲੇ ਵੀ। ਜੀ, ਮਤਲਬ ਇਹ ਇੱਥੇ ਢੀਠਤਾਈ ਵਾਲਾ ਰੁਖ ਅਖਤਿਆਰ ਕਰਨਾ, ਜਾਂ ਜਿਹੜੇ ਤੁਹਾਡੇ ਜਿਹੜੀਆਂ ਪਹਿਲੀਆਂ ਸਰਕਾਰਾਂ ਤੇ ਪਹਿਲੇ ਲੀਡਰ ਆ ਉਹਨਾਂ ਵਾਂਗ ਹਰ ਮਾਮਲੇ ਦੇ ਵਿੱਚ ਚੁੱਪ ਧਾਰ ਜਾਣਾ, ਜਾਂ ਕਹਿਣਾ ਜਾਓ ਅਸੀਂ ਨਹੀਂ ਮੰਨਦੇ। ਸਾਫ਼ ਕੋਈ ਨਾਲ ਲੱਗੇ ਹੋਏ ਇਲਜ਼ਾਮਾਂ ਨੂੰ ਵੀ ਤੁਸੀਂ ਸਵੀਕਾਰ ਹੀ ਨਾ ਕਰੋ, ਜਾਂ ਉਹਨਾਂ ਦੀ ਜਾਂਚ ਹੀ ਢੰਗ ਨਾਲ ਨਾ ਕਰਾਓ। ਇੱਕ ਮੁੱਖ ਮੰਤਰੀ ਸਾਹਿਬ ਦੇ ਡਰ ਵੀ ਸਾਫ਼ ਨਜ਼ਰ ਆ ਰਹੇ ਸੀ ਜਦੋਂ ਬਿਜਲੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਇਹ ਖਬਰ ਜਿਹੜੀ ਕਿਤੇ ਇਸ ਤਰ੍ਹਾਂ ਨਾ ਚੱਲੀ ਜਾਵੇ ਵੀ ਅਸੀਂ ਕੋਈ ਵਾਪਸ ਲੈ ਰਹੇ ਹਾਂ, ਜਾਂ ਇਦਾਂ ਦੀ ਇੱਕ ਵੀ ਲਫ਼ਜ਼ ਉਹ ਸਿਰਿਓਂ ਨਕਾਰਦੇ ਨਜ਼ਰ ਆਏ, ਕਿਉਂਕਿ 24 ਸਾਹਮਣੇ ਖੜਾ ਹੈ। ਪਰ ਇੱਕ ਸਵਾਲ ਜਿਹੜਾ ਸਭ ਤੋਂ ਅਹਿਮ ਆ ਕਿ ਜਦੋਂ ਤੁਹਾਡੇ ਸਿਰ ਤੇ ਪੈਂਦੀ ਆ ਫਿਰ ਤੁਸੀਂ ਭੱਜਦੇ ਹੋ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਦੋਂ ਡਾਵਾਡੋਲ ਹੋ ਗਈ ਸੀ 2022 ਦੇ ਵਿੱਚ ਲਾਸਟ ਵਿੱਚ, ਉਦੋਂ ਕੁਝ ਥਰਮਲ ਪਲਾਂਟਾਂ ਨੂੰ ਜਿਹੜੇ ਉਹਨਾਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਹੋ ਗਏ ਸੀਗੇ ਕਿ ਕਿਉਂ ਨਾ ਤੁਹਾਡੀ ਇਹ ਐਗਰੀਮੈਂਟ ਰੱਦ ਕਰਤੇ ਜਾਣ, ਕਿਉਂਕਿ ਤੁਸੀਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ, ਜੇ ਤੁਹਾਨੂੰ ਯਾਦ ਹੋਵੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਠੀਕ ਹੈ, ਤੁਸੀਂ ਥਰਮਲ ਪਲਾਂਟਸ ਦੇ ਮਾਮਲੇ 'ਚ, ਐਗਰੀਮੈਂਟਸ ਦੇ ਮਾਮਲੇ 'ਚ ਕਹਿ ਰਹੇ ਹੋ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਰੇਟ ਘੱਟ ਕਰਨ ਲਈ ਕਹਿ ਰਹੇ ਹਾਂ, ਪਰ ਨਹੀਂ, ਸਵਾਲ ਇਸ ਗੱਲ ਦਾ ਹੈ ਕਿ ਜਦੋਂ ਉਹ ਹੋਏ ਐਗਰੀਮੈਂਟ, ਉਦੋਂ ਕਿਹੜੀਆਂ ਗਲਤੀਆਂ, ਕਿੱਥੇ ਲੋਕਾਂ ਨੇ ਇੰਨੇ ਸਾਲ ਖਮਿਆਜਾ ਭੁਗਤਿਆ, ਉਹਦੇ ਲਈ ਜ਼ਿੰਮੇਵਾਰੀਆਂ ਫਿਕਸ ਕਿੰਨੇ ਕਰਨੀਆਂ। ਤੁਸੀਂ ਪ੍ਰੋਮਿਸ ਕੀਤਾ ਸੀਗਾ ਕਿ ਇਹ ਜਿਹੜੇ ਗਲਤ ਐਗਰੀਮੈਂਟ ਹੋਇਆ ਇਹਨਾਂ ਦੀ ਜਾਂਚ ਕਰਾਈ ਜਾਊਗੀ, ਔਰ ਜਾਂਚ ਵਿੱਚ ਜਿਹੜੇ ਅਧਿਕਾਰੀ ਤੇ ਪੋਲੀਟੀਸ਼ੀਅਨ ਜ਼ਿੰਮੇਵਾਰ ਨੇ ਉਹਨਾਂ ਨੂੰ ਬੁੱਕ ਕੀਤਾ ਜਾਊਗਾ, ਜਾਂ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਊਗਾ। ਉਹ ਮੰਗ ਲੋਕਾਂ ਦੀ ਜਿਉਂ ਦੀ ਤਿਉਂ ਆ। ਤੁਸੀਂ ਯੂ ਟਰਨ ਲੈ ਰਹੇ ਹੋ, ਤੁਸੀਂ ਸੱਤਾ ਤੇ ਅੰਦਰ ਬਾਹਰ ਵਾਲਾ ਜਿਹੜਾ ਸਾਫ਼ ਕਰ ਰਹੇ ਹੋ ਕਿ ਅੰਦਰ ਆ ਕੇ ਦੇਖ ਕੇ ਕੁਝ ਹੋਰ ਦਾ ਹੋਰ ਹੋ ਜਾਂਦਾ। ਕੰਪਨੀਆਂ ਤਗੜੀਆਂ ਨੇ, ਉਹਨਾਂ ਦੇ ਸਾਹਮਣੇ ਖੜੇ ਨਹੀਂ ਹੋਇਆ ਜਾਣਾ, ਜਾਂ ਅਧਿਕਾਰੀ ਕਹਿ ਦਿੰਦੇ ਕਿ ਕੋਰਟ 'ਚ ਜਾ ਕੇ ਖਲੋਤਾ ਨਹੀਂ ਜਾਣਾ। ਇਹ ਸਵਾਲ ਉਵੇਂ ਦੇ ਉਵੇਂ ਖੜਿਆ। ਸਰਦਾਰ ਜਗਤਾਰ ਸਿੰਘ ਜੀ, ਅੱਗੇ ਵਧਦੇ ਆ, ਲਾਸਟ ਇਹ ਰਾਉਂਡ ਇਹਦੇ 'ਚ ਮੈਂ ਲਾਸਟ ਐਡੀਸ਼ਨ ਕਰ ਦਿਆਂ ਜੀ। ਪੰਜਾਬ ਦਾ ਇੱਕ ਪ੍ਰੋਜੈਕਟ ਹੋਰ ਹੈ ਜੀ, ਜਿਹੜਾ ਬੜੇ ਸਾਲਾਂ ਤੋਂ ਵਿੱਚ ਹੀ ਅੜਿਆ ਫਿਰਦਾ ਹੈ, ਉਹ ਹੈ ਸ਼ਾਹਪੁਰ ਕੰਡੀ। ਰਣਜੀਤ, ਆਪਣੇ ਥੀਨ ਡੈਮ ਦੀ ਸਟੇਜ 2 ਸ਼ਾਹਪੁਰ ਕੰਡੀ ਹੈ। ਜਦ ਤੱਕ ਸ਼ਾਹਪੁਰ ਕੰਡੀ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਥੀਨ ਡੈਮ ਦੀ ਵੀ ਪੂਰੀ ਕੈਪੈਸਿਟੀ ਯੂਟੀਲਾਈਜੇਸ਼ਨ ਨਹੀਂ ਹੁੰਦੀ। ਇਸ ਪ੍ਰੋਜੈਕਟ ਦੀ ਨੀਂਹ ਰੱਖੀ ਸੀਗੀ ਜਦੋਂ PV ਨਰਸਿਮਹਾ ਰਾਓ ਸੀਗੇ ਪ੍ਰਧਾਨ ਮੰਤਰੀ, ਸਾਹਿਬ ਬਿਆਨ ਸਿੰਘ ਸੀਗਾ ਮੁੱਖ ਮੰਤਰੀ ਉਸ ਵੇਲੇ ਦੀ। ਅੱਜ ਤੱਕ ਇਹ ਪ੍ਰੋਜੈਕਟ ਵਿੱਚ ਹੀ ਤੁਰਿਆ ਫਿਰਦਾ ਹੈ। ਥਰਮਲ ਦੀ ਜਿਹੜੀ ਬਿਜਲੀ ਹੈ, ਪਾਵਰ ਜਨਰੇਸ਼ਨ, ਉਹ ਸਭ ਤੋਂ ਸਸਤੀ ਹੁੰਦੀ ਹੈ। ਸਰਕਾਰ ਇਸ ਤੇ ਪੂਰੀ ਤਰ੍ਹਾਂ ਕੰਸਨਟਰੇਟ ਪੰਜਾਬ ਦੀ ਕਿਉਂ ਨਹੀਂ ਕਰਦੀ? JNK ਇਹਦੇ 'ਚ ਪਾਰਟਨਰ ਹੈ, ਠੀਕ ਹੈ ਕਿ ਉਹਨਾਂ ਦੇ ਨਾਲ ਇੱਕ ਸਟੇਜ ਤੇ ਆ ਕੇ ਡਿਸਪਿਊਟ ਚੱਲਦਾ ਰਿਹਾ, ਲੇਕਿਨ ਇਹ ਡਿਸਪਿਊਟ ਰਿਡਰੈਸਲ ਜਿਹੜਾ ਮੈਕੈਨਿਜ਼ਮ ਹੈ ਇਹ ਫਾਸਟਰ ਕਿਉਂ ਨਹੀਂ ਹੁੰਦਾ? ਹੁਣ ਤਾਂ ਉਹ ਵੀ ਸਾਲਵ ਹੋ ਗਿਆ ਇਹਨਾਂ ਦਾ ਸਾਰਾ ਕੁਝ, ਤੇ ਇਹਨੂੰ ਸਪੀਡ ਅਪ ਕਿਉਂ ਨਹੀਂ ਕੀਤਾ ਜਾਂਦਾ? ਪ੍ਰੋਜੈਕਟ ਜਿਹੜੇ ਐਸੇ ਹੈਗੇ ਹੈ ਜਿੱਥੇ ਆਲਮੋਸਟ ਹੁਣ ਭਾਖੜਾ ਦੀ ਬਿਜਲੀ ਘਰਾਟ ਹੈਗੀ ਹੈ, ਬਿਜਲੀ ਚਲੀ ਜਾ ਰਹੀ ਹੈ। ਸ਼ਰਨ ਪਾਵਰ ਹਾਊਸ ਹੈ, ਥਰਮਲ ਹੈ, ਆ ਸਾਰੀ ਹਾਈਡਲ ਹੈ, ਚਲੀ ਜਾ ਰਿਹਾ ਲਗਾਤਾਰ। ਸਭ ਤੋਂ ਸਸਤੀ ਬਿਜਲੀ ਇਹਨਾਂ 2 ਪ੍ਰੋਜੈਕਟਸ ਤੋਂ ਆਉਂਦੀ ਹੈ। ਸੋ ਜਿਹੜੇ ਸੋਰਸਿਸ ਆਲਰੇਡੀ ਸਸਤੀ ਬਿਜਲੀ ਦੇ ਪ੍ਰੋਜੈਕਟ ਤੁਹਾਡੇ ਲੱਗੇ ਹੋਏ ਹੈ, ਉਹਨੂੰ ਪਹਿਲਾਂ ਕੰਪਲੀਟ ਕਰੋ। ਉਹ ਹਾਲੇ ਵਿੱਚ ਹੀ ਪਿਆ, ਹੁਣ ਤੁਸੀਂ ਅਗਲੀ ਗੱਲ ਕਰੋ। ਬਿਲਕੁਲ, ਅਸੀਂ ਲਾਸਟ ਤੇ ਬਹੁਤ ਸੰਖੇਪ ਰਾਉਂਡ
'ਚ ਜਾਵਾਂਗੇ। ਮਾਮਲਾ ਨੈਸ਼ਨਲ ਪੋਲਿਟਿਕਸ ਜਿਹਦਾ ਸਿੱਧਾ ਸੰਬੰਧ ਪੰਜਾਬ ਨਾਲ ਵੀ ਜੋੜਦਾ, ਉਹ ਹੈਗਾ ਇੰਡੀਆ ਰੂਪੀ ਗੱਠਜੋੜ ਦਾ, ਜਿਹੜੀ ਸੱਤਾਧਾਰੀਆਂ ਦੇ ਖਿਲਾਫ ਬਣਿਆ। ਉਹਦੇ ਵਿੱਚ ਪੰਜਾਬ ਦੀਆਂ ਦੋਵੇਂ ਧਿਰਾਂ, ਸੱਤਾਧਾਰੀ ਤੇ ਵਿਰੋਧੀ ਧਿਰ, ਆਮ ਆਦਮੀ ਪਾਰਟੀ ਤੇ ਕਾਂਗਰਸ, ਇਕਜੁੱਟ ਹੋਣੀਆਂ ਨੇ। ਇਹਦੇ ਵਿੱਚ ਮੁੱਖ ਮੰਤਰੀ ਦੀ ਆਪਣੀ ਜਿਹੜੀ ਉਹਨਾਂ ਦਾ ਰੁਖ ਸੀਗਾ, ਉਹਨਾਂ ਦਾ ਨਜ਼ਰੀਆ ਸੀ, ਉਹ ਬੜਾ ਕਲੀਅਰ ਸੀ, ਉਹ ਹਮਲਾਵਰ ਸੀ। ਜਦੋਂ ਪੁੱਛਿਆ ਗਿਆ ਕਿ ਕਾਂਗਰਸੀ ਤਾਂ ਕਹਿੰਦੇ ਜੀ ਕੋਈ ਗੱਠਜੋੜ ਨਹੀਂ, ਇਹ ਰੌਲਾ ਪਾ ਰਹੇ ਵੀ ਕੋਈ ਸਮਝੌਤਾ ਹੀ ਨਹੀਂ ਹੋਣਾ, ਤੇ ਉਹ ਕਹਿੰਦੇ ਵੀ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ। ਇਹਦਾ ਮਤਲਬ ਕਿ ਮੁੱਖ ਮੰਤਰੀ ਬੜੇ ਕੀਨ ਨੇ, ਉਹ ਸਮਝਦੇ ਨੇ ਕਿ ਉੱਤੇ ਹੋਣਾ ਸਾਰਾ ਕੁਝ, ਇਹਨਾਂ ਨੂੰ ਕਿੰਨੇ ਪੁੱਛਣਾ, ਔਰ ਉਹ ਲਗਭਗ ਸਹਿਮਤੀ ਦੇ ਰਿਹਾ ਇੱਕ ਤਰ੍ਹਾਂ ਨਾਲ ਕਿ ਸਮਝੌਤੇ ਦੇ ਵਿੱਚ ਅਸੀਂ ਅੱਗੇ ਵਧਾਂਗੇ। ਕੱਲ ਇਹੀ ਮਾਮਲਾ ਜਦੋਂ ਅਲਕਾ ਲਾਂਬਾ ਨੇ ਬਾਹਰ ਆ ਕੇ ਉਠਾਇਆ ਸੀ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨਾਲ ਦਿੱਲੀ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ, ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਤਰਾਜ਼ ਆ ਗਿਆ ਸੀਗਾ ਕਿ ਤੁਸੀਂ ਕਹਿ ਰਹੇ ਹੋ ਸੱਤਾ ਤੇ ਲੜਨਾ, ਤੇ ਫਿਰ ਸਮਝੌਤਾ ਕਾਹਦਾ, ਤੇ ਅਸੀਂ ਸੋਚਾਂਗੇ, ਸਾਡੀ ਲੀਡਰਸ਼ਿਪ ਸੋਚੂਗੀ ਕਿ ਅਸੀਂ ਮੁੰਬਈ ਦੇ ਵਿੱਚ ਹੋਣ ਵਾਲੀ ਮੀਟਿੰਗ 'ਚ ਜਾਣਾ ਕਿ ਨਹੀਂ ਜਾਣਾ, ਜਾਂ ਕਿ ਸਾਡਾ ਰੁਖ ਕੀ ਹੋਊਗਾ। ਸੋ ਇਹਦਾ ਮਤਲਬ ਹੈ ਕਿ ਰਾਜਨੀਤੀ ਨੈਸ਼ਨਲ ਲੈਵਲ ਤੇ ਜਿਹੜੀ ਉਹ ਜਿਸ ਤਰ੍ਹਾਂ ਦਾ ਸਥਾਨ ਲੈ ਰਹੀ ਆ, ਅਜੇ ਉਹਦੇ ਵਿੱਚ ਕਾਫੀ ਝੋਲ ਨੇ ਔਰ ਟੁੱਟ ਭੱਜ ਹੋਰ ਵੀ ਹੋ ਸਕਦੀ ਆ। ਉਧਰ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਿਰਕੱਢ ਆਗੂ, ਜਿਹੜੀ ਉਹਨਾਂ ਦੀ ਕਈ ਵਾਰ ਮੁੱਖ ਮੰਤਰੀ ਰਹੀ ਆ, ਉਹਦੇ ਤੇਵਰ ਬੜੇ ਕਲੀਅਰ ਆ। ਜਦੋਂ ਉਹਨੂੰ ਕਿਸੇ ਉਹਨੂੰ ਪਾਇਆ ਨਹੀਂ ਜਾਂਦਾ, ਪੈਨਲ ਦੇ ਵਿੱਚ ਨਹੀਂ ਰੱਖਿਆ ਜਾਂਦਾ, ਤਾਂ ਉੱਥੇ ਵੀ ਬਹੁਤ ਵੱਡਾ ਸੰਕਟ ਹੈ। ਸੋ ਇਹਨੂੰ ਛੋਟੇ ਸੰਖੇਪ ਸ਼ਬਦਾਂ ਦੇ ਵਿੱਚ ਅੱਗੇ ਵਧਾ ਦਿਓ। ਮੈਂ ਇੱਕ ਲਾਈਨ ਦੇ ਵਿੱਚ ਪਹਿਲਾਂ ਰਾਜਸਥਾਨ ਕਲੀਅਰ ਕਰਦੇ ਹਾਂ। ਬੀਜੇਪੀ ਨੇ ਅੱਜ 2 ਕਮੇਟੀਆਂ ਅਨਾਉਂਸ ਕੀਤੀਆਂ ਵੀ ਰਾਜਸਥਾਨ ਦੀ ਅਸੈਂਬਲੀ ਦੇ ਇਲੈਕਸ਼ਨ ਵਾਸਤੇ। ਇੱਕ ਮੈਨੀਫੈਸਟੋ ਕਮੇਟੀ ਹੈ ਤੇ ਇੱਕ ਕਮੇਟੀ ਕੋਈ ਹੋਰ ਹੈ। ਦੋਵਾਂ ਵਿੱਚ ਹੀ ਫਾਰਮਰ ਸੀਐਮ ਵਸੁੰਧਰਾ ਰਾਜੇ, ਜਿਹੜੀ ਸਭ ਤੋਂ ਤਕੜੀ ਲੀਡਰ ਮੰਨੀ ਜਾਂਦੀ ਹੈ ਬੀਜੇਪੀ ਦੀ ਰਾਜਸਥਾਨ 'ਚ, ਉਹਦਾ ਨਾਂ ਨਹੀਂ ਹੈ। ਤੇ ਉਹਨਾਂ ਨੇ ਇੱਕ ਟਵੀਟ ਕੀਤਾ, ਹੁਣ ਤਾਂ 4 ਘੰਟੇ ਹੋ ਗਏ ਹੋਣੇ ਆ। ਉਹ ਕਹਿੰਦੇ ਵੀ ਇੱਕ ਇੰਪੋਰਟੈਂਟ ਅਨਾਉਂਸਮੈਂਟ ਦੀ ਵੇਟ ਕਰੋ। ਸੋ ਉਸ ਤੋਂ ਬਾਅਦ ਲਗਾਤਾਰ ਸਪੈਕੂਲੇਸ਼ਨ ਚੱਲ ਰਹੀ ਹੈ ਕਿ ਵਸੁੰਧਰਾ ਰਾਜੇ ਇਸ ਤੋਂ ਬਾਅਦ ਆਪਣਾ ਕੀ ਸਟੈਪ ਲੈਣਗੇ, ਕੀ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਇਹਨਾਂ ਨੂੰ ਅਕੋਮੋਡੇਟ ਕਰੇਗੀ ਜਾਂ ਉਹ ਪਾਰਟੀ ਚੋਂ ਬਾਹਰ ਆ ਜਾਣਗੇ। ਜੇ ਵਸੁੰਧਰਾ ਰਾਜੇ ਪਾਰਟੀ ਚੋਂ ਬਾਹਰ ਆਉਂਦੇ ਹੈ ਤੇ ਜਿਹੜਾ ਬੀਜੇਪੀ ਦਾ ਢਾਂਚਾ ਹੈ ਇਹ ਸਾਰਾ ਹੀ ਹਿੱਲ ਜਾਏਗਾ। 4-5 ਸਟੇਟ ਦੀ ਇਲੈਕਸ਼ਨ ਅਸੈਂਬਲੀ ਦੀ ਆ ਰਹੀ ਹੈ, ਰਾਜਸਥਾਨ, ਮੱਧ ਪ੍ਰਦੇਸ਼, ਵੱਡੀਆਂ ਸਟੇਟਸ ਹੈਗੀਆਂ। ਔਰ ਜੇ ਰਾਜਸਥਾਨ ਦੇ ਵਿੱਚ ਬੀਜੇਪੀ ਹਿੱਲ ਜਾਂਦੀ ਹੈ, ਫਿਰ 2024 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਹੈ ਉਹਦੇ 'ਚ ਬੀਜੇਪੀ ਦਾ ਕੀ ਹਾਲ ਹੋਏਗਾ, ਉਹ ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਇਹ ਸਿਰਫ ਗੱਲ ਰਾਜਸਥਾਨ ਦੀ ਨਹੀਂ ਰਹਿ ਜਾਂਦੀ। ਹੁਣ ਮੈਂ ਉਹਨਾਂ ਪੰਜਾਬ ਤੇ ਕੱਲ ਲਗਾਤਾਰ ਇੰਟਰਸਟਿੰਗ ਦਿੱਲੀ ਡਿਵੈਲਪਮੈਂਟ ਹੋਈ। ਆਪਾਂ ਕੱਲ ਗੱਲ ਵੀ ਕੀਤੀ ਜਦੋਂ ਅਲਕਾ ਲਾਂਬਾ ਨੇ ਬੜੀ ਕੈਟੇਗੋਰਿਕ ਅਨਾਉਂਸਮੈਂਟ ਕੀਤੀ ਕਿ ਸਾਡੀ 4 ਘੰਟੇ ਦੀ ਚੱਲੀ ਮੀਟਿੰਗ ਦੇ ਵਿੱਚ ਦਿੱਲੀ ਬਾਰੇ ਫੈਸਲਾ ਹੋ ਗਿਆ ਕਿ ਅਸੀਂ ਸਾਰੇ 7 ਸੀਟਾਂ ਤੇ ਹੀ ਆਪਣੇ ਇਲੈਕਸ਼ਨ ਲੜਾਂਗੇ। ਉਸ ਤੋਂ ਕੁਝ ਘੰਟੇ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਇਸ ਗੱਲ ਨੂੰ ਚੈਲੰਜ ਕੀਤਾ ਕਿ ਬਈ ਇਹ ਗਲਤ ਹੈ, ਇਸ ਤਰ੍ਹਾਂ ਨਹੀਂ ਹੈ। ਅਲਟੀਮੇਟਲੀ ਕਾਂਗਰਸ ਦੇ ਇੱਕ ਹੋਰ ਸਪੋਕਸਮੈਨ ਨੂੰ ਇੰਟਰਵੀਨ ਕਰਨਾ ਪਿਆ। ਇਹ ਕਹਿਣਾ ਪਿਆ ਵੀ ਸਾਡੀ ਤਾਂ ਇਹ ਅਨਾਉਂਸਮੈਂਟ ਤਾਂ ਸੀ ਕਿਉਂਕਿ ਪਾਰਟੀ ਨੇ 7 ਸੀਟਾਂ ਤੇ ਹੀ ਆਪਣੇ ਵਰਕਰਸ ਨੂੰ ਮਜ਼ਬੂਤ ਰੱਖਣਾ ਹੈ, ਇਸ ਕਰਕੇ ਉਹਨਾਂ ਦੀ ਮੋਬਿਲਾਈਜ਼ ਕਰਨ ਵਾਸਤੇ ਇਹ ਅਨਾਉਂਸਮੈਂਟ ਕੀਤੀ ਗਈ ਸੀ। ਲੇਕਿਨ ਜਿਹੜੀ ਗੱਲ ਅੱਜ ਕੀਤੀ ਭਗਵੰਤ ਮਾਨ ਹੋਰਾਂ ਨੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਸਿਚੁਏਸ਼ਨ ਐਗਜ਼ੈਕਟਲੀ ਕੀ ਹੈ, ਪੰਜਾਬ ਦੀ ਕਾਂਗਰਸ ਲਗਾਤਾਰ ਦਿੱਲੀ ਜਾ ਕੇ ਇਹ ਵਿਰੋਧ ਕਰ ਰਹੀ ਹੈ ਇਸ ਅਲਾਇੰਸ ਦਾ। ਉਹ ਕਹਿ ਰਹੇ ਹੈ ਕਿ ਅਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰਨੀ ਅਫੋਰਡ ਹੀ ਨਹੀਂ ਕਰ ਸਕਦੇ। ਅਲਾਇੰਸ ਜਾਂ ਐਡਜਸਟਮੈਂਟ, ਆਲਮੋਸਟ ਪ੍ਰੈਕਟੀਕਲੀ ਗੱਲ ਇੱਕੋ ਹੀ ਹੁੰਦੀ ਹੈ। ਐਡਜਸਟਮੈਂਟ ਹੁੰਦੀ ਹੈ ਵੀ ਕੁਝ ਸੀਟਾਂ ਕਾਂਗਰਸ ਲੜੇਗੀ ਤੇ ਕੁਝ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੜੇਗੀ ਆਪਣੇ ਲੈਵਲ ਤੇ। ਅਲਾਇੰਸ ਹੁੰਦਾ ਕਿ ਮਿਲ ਕੇ ਚੱਲਣਾ। ਥੋੜਾ ਜਿਹਾ ਟੈਕਨੀਕਲੀ ਥੋੜਾ ਜਿਹਾ ਫਰਕ ਹੈ, ਜ਼ਿਆਦਾ ਫਰਕ ਨਹੀਂਗਾ। ਸੋ ਇਹਨਾਂ ਨੇ ਲਫ਼ਜ਼ ਜਿਹੜਾ ਵਰਤਿਆ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਹੈ, ਇੱਕ ਅਖਾਣ ਹੋਰ ਵੀ ਇਹੀ ਵਰਤੀ ਜਾਂਦੀ ਹੈ ਕਿ ਮੇਲੇ 'ਚ ਚੱਕੇ ਰਾਹੇ ਨੂੰ ਕੌਣ ਪੁੱਛਦਾ ਹੈ ਜੀ। ਸੋ ਉਹਨਾਂ ਨੇ ਕਲੀਅਰ ਕਰਤਾ ਵੀ ਜੇ ਕੋਈ ਅਰੇਂਜਮੈਂਟ ਹੋਣਾ ਹੈ ਤੇ ਉਹਦੇ ਵਿੱਚ ਪੰਜਾਬ ਕਾਂਗਰਸ ਦੀ ਕੋਈ ਨਹੀਂ ਸੁਣੀ ਜਾਣੀ। ਇਹ ਠੀਕ ਹੈ ਕਿ ਫੈਸਲਾ ਦਿੱਲੀ ਦੇ ਲੈਵਲ ਤੇ ਹੋਣਾ ਹੈ ਔਰ ਉਹ ਸ਼ਾਇਦ ਭਗਵੰਤ ਮਾਨ ਹੋਰਾਂ ਦੇ ਲੈਵਲ ਤੇ ਵੀ ਨਹੀਂ ਹੋਣਾ, ਉਹ ਕੇਜਰੀਵਾਲ ਐਂਡ ਖੜਗੇ ਜਾਂ ਰਾਹੁਲ ਗਾਂਧੀ ਉਸ ਲੈਵਲ ਤੇ ਜਾ ਕੇ ਹੋਣਾ ਹੈ। ਲੇਕਿਨ ਇਹ ਵੀ ਸੱਚਾਈ ਹੈ
ਕਿ ਹੁਣ ਤੱਕ ਉਹਨਾਂ ਦੋਵੇਂ ਲੀਡਰਾਂ ਨੇ ਜਿਨ੍ਹਾਂ ਦੇ ਵੀ ਕਾਂਗਰਸ ਦੇ ਨਾਂ ਲਏ ਹੈ, ਉਹਨਾਂ ਨੇ ਕੇਜਰੀਵਾਲ ਨੂੰ ਟਾਈਮ ਨਹੀਂ ਦਿੱਤਾ। ਲੇਕਿਨ ਇੱਕ ਗੱਲ ਬੜੀ ਇਹਨਾਂ ਦੀ ਜਿਹੜੀ ਆਪਣੀ ਸਟ੍ਰੈਟਜੀ ਇਹ ਲੱਗ ਰਹੀ ਹੈ ਕਿ ਕਾਂਗਰਸ ਦੇ ਨਾਲ ਇਹਨਾਂ ਦਾ ਅਰੇਂਜਮੈਂਟ ਪੰਜਾਬ ਵਿੱਚ ਜ਼ਰੂਰੀ ਹੈ। ਇਹ ਵਰਚੁਅਲੀ ਇੰਡੀਕੇਟ ਕਰ ਰਹੇ ਹੈ ਭਗਵੰਤ ਮਾਨ ਜੀ। ਜੀ, ਔਰ ਸ਼ਾਇਦ ਜਿੱਦਾਂ ਗਵਰਨਰ ਦੇ ਮਾਮਲੇ 'ਚ ਹੌਲੀ ਜੀ ਬਚ ਕੇ ਨਿਕਲਣ ਦਾ ਯਤਨ ਸੀ, ਇੱਥੇ ਵੀ ਨਿਕਲਿਆ ਜਾ ਸਕਦਾ ਸੀ ਜੇਕਰ ਤੁਹਾਡੀ ਇੱਛਾ ਨਾ ਹੋਵੇ। ਤੁਸੀਂ ਕਹਿ ਸਕਦੇ ਸੀ ਕਿ ਮੈਂ ਇੱਥੇ ਟਿੱਪਣੀ ਨਹੀਂ ਕਰਨੀ, ਇਹ ਹਾਈ ਕਮਾਂਡ ਦੇਖੇਗੀ। ਸਵਾਲ ਸਰਦਾਰ ਹਰਮੀਤ ਸਿੰਘ ਜੀ, ਪੰਜਾਬ ਦੇ ਵਿੱਚ ਕੀ ਅਣਸਰ ਦੀ ਲੋੜ ਹੈ ਆਮ ਆਦਮੀ ਪਾਰਟੀ ਦੀ? ਮੈਨੂੰ ਲੱਗਦਾ ਕਿ ਉਹਨਾਂ ਨੂੰ ਤਾਂ ਵੈਸੇ ਵੀ ਫਾਇਦਾ ਹੈ ਜੇ ਉਹ ਇਕੱਲੇ ਵੀ ਜਾਂਦੇ ਆ ਤੇ ਬਾਕੀ 4 ਪੱਧਰ ਤੇ ਇਲੈਕਸ਼ਨ ਲੜੀ ਜਾਂਦੀ ਹੈ। ਲੇਕਿਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਲ ਰਲੇ ਬਿਨਾਂ ਗੁਜ਼ਾਰਾ ਹੈ ਨਹੀਂ। ਸੱਤਾ ਦੀਆਂ 7 ਸੀਟਾਂ ਤੇ ਉਹ ਲਗਾਤਾਰ 2 ਵਾਰੀ ਡਿੱਗੇ ਨੇ, ਔਰ ਉਹ 7 ਚੋਂ 3 ਕੱਢ ਕੇ ਲਿਆਉਣਾ ਚਾਹੁੰਦੇ ਹੋਣਗੇ ਤੇ ਉਹ 6-7 ਸੀਟਾਂ ਪੰਜਾਬ ਚੋਂ ਲੈ ਕੇ ਘੱਟੋ ਘੱਟ 10 ਦੇ ਅੰਕੜੇ ਨਾਲ ਪਾਰਲੀਮੈਂਟ 'ਚ ਬਹਿਣਾ ਚਾਹੁੰਦੇ, ਤਾਂ ਕਿ ਨੈਗੋਸੀਏਸ਼ਨਸ, ਕਿਉਂਕਿ ਉਮੀਦ ਹੈ ਕਿ ਜੇਕਰ ਬੀਜੇਪੀ ਨੂੰ ਉਨੀਆਂ ਸੀਟਾਂ ਨਹੀਂ ਆਉਂਦੀਆਂ ਜਾਂ ਇੰਡੀਆ ਦੇ ਗੱਠਜੋੜ ਨੂੰ ਉਨੀਆਂ ਸੀਟਾਂ ਨਹੀਂ ਆਉਂਦੀਆਂ, ਤਾਂ ਫਿਰ ਅਖੀਰ ਦੇ ਵਿੱਚ ਕੇਜਰੀਵਾਲ ਸਾਹਿਬ ਵਰਗੇ ਲੋਕ ਇੱਧਰ ਉੱਧਰ ਜਾਣ ਦੀ ਗੁੰਜਾਇਸ਼ ਤੇ ਨੈਗੋਸੀਏਸ਼ਨਸ ਦੇ ਵਿੱਚ ਕਾਫੀ ਮੂਹਰੇ ਹੋਣਗੇ। ਸੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਬੜੇ ਫੂਕ ਕੇ ਕਦਮ ਰੱਖ ਰਹੀ। ਇਹਦੇ ਚ ਸਿਆਸਤ ਦੇ ਵਿੱਚ ਜਿਹੜੀ ਇਲੈਕਟੋਰਲ ਸਿਆਸਤ ਹੈ, ਮੇਰੇ ਖਿਆਲ ਹੈ ਨਵੇਂ ਸਮੀਕਰਨ ਅਸਲੋਂ ਹੀ ਬਣੇ ਨੇ। ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਹਮੇਸ਼ਾ ਇਸ ਤਰਜ ਤੇ ਉਹਨੇ ਇਲੈਕਸ਼ਨ ਲੜੀ ਹੈ, ਮੈਂ ਕਾਂਗਰਸ ਦੀ ਜਗ੍ਹਾ ਲੈਣੀ ਹੈ। ਚਾਹੇ ਉਹ ਗੁਜਰਾਤ ਚ ਵਿੱਚ ਗਏ ਸੀ, ਚਾਹੇ ਉਹ ਜਿੱਥੇ ਵੀ ਮਰਜੀ, ਐਂਟੀ ਕਾਂਗਰਸ ਉਹਨਾਂ ਦਾ ਸਭ ਤੋਂ ਬੜਾ ਪਲੈਕ ਹੁੰਦਾ ਸੀ। ਤੇ ਈਵਨ ਬੀਜੇਪੀ ਕਾਂਗਰਸ ਮੁਕਤ ਭਾਰਤ ਦੇ ਤੌਰ ਤੇ ਚੱਲਦੀ ਸੀ। ਇਸੇ ਕਰਕੇ ਇਹਨੂੰ ਬੀਜੇਪੀ ਦੀ ਬੀ ਟੀਮ ਐਜ ਏ ਆਈਡੀਓਲੋਜੀਕਲ ਤੇ ਐਕਸ਼ਨ ਦੇ ਵਿੱਚ ਵੀ ਮੰਨਦੀ ਸੀ ਉਸ ਪੱਧਰ ਦੇ ਉੱਤੇ। ਦਿੱਲੀ ਦੇ ਵਿੱਚ ਆਏ ਹੋਏ ਆ, ਗੁਜਰਾਤ, ਉੱਤਰਾਖੰਡ, ਜਿੱਥੇ ਵੀ ਚੋਣਾਂ ਲੜੀਆਂ ਆਮ ਆਦਮੀ ਪਾਰਟੀ ਨੇ, ਉਹਦਾ ਫੋਕਸ ਜ਼ਿਆਦਾ ਐਂਟੀ ਕਾਂਗਰਸ ਸੀ। ਪਰ ਜਦੋਂ ਪਿਛਲੇ ਸਮੇਂ ਤੋਂ ਇੱਕ ਲਗਾਤਾਰ ਟਕਰਾਅ ਦਿੱਲੀ ਦੇ ਵਿੱਚ ਹੋਇਆ ਸੈਂਟਰ ਨਾਲ ਆਮ ਆਦਮੀ ਪਾਰਟੀ ਦਾ, ਇਹਨਾਂ ਨੂੰ ਲੱਗਿਆ ਕਿ ਸਾਡੇ ਤਾਂ ਪੈਰ, ਜਿਹੜੀ ਮੇਨ ਸਟੇਟ ਹੈ ਜਿੱਥੋਂ ਅਸੀਂ ਜਨਮੇ ਆ, ਤੇ ਉੱਥੇ ਹੀ ਪ੍ਰੋਬਲਮ ਆ ਰਹੀ ਹੈ। ਉਦੋਂ ਉਸ ਮਜਬੂਰੀ ਨੇ ਉਹਨਾਂ ਨੂੰ ਇੱਕ ਸਾਈਡ ਲਾਈਨ ਦੂਜੇ ਪਾਸੇ ਜਾਣ ਲਈ ਮਜਬੂਰ ਕਰਤਾ ਹੈ ਕਿਸੇ ਨਾ ਕਿਸੇ ਰੂਪ 'ਚ। ਇਹ ਉਹਨਾਂ ਦੀ ਸ਼ਾਇਦ ਆਪਸ਼ਨ ਨਹੀਂ ਨਾ ਹੋਵੇ, ਇਹ ਮਜਬੂਰੀ ਦਾ ਨਾਂ ਦਿਖਾਈ ਦੇ ਰਿਹਾ। ਨਹੀਂ ਆਪਸ਼ਨ ਹੁੰਦੀ ਤਾਂ ਉਹਦਾ ਆਪਣੀ ਬੇਸਿਕ ਥਾਟ ਦੇ ਮੁਤਾਬਕ ਉਹਨਾਂ ਨੂੰ ਉੱਥੋਂ ਹੀ ਸਪੇਸ ਮਿਲਣੀ ਸੀ ਤੇ ਉਸੇ ਜਗ੍ਹਾ ਉਸੇ ਰਸਤੇ ਉਹ ਜਾਂਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਦੂਜੀ ਗੱਲ ਕਾਂਗਰਸ ਨੇ ਬੜੀ ਦੇਰ ਸਿੰਗਲ ਪਾਰਟੀ ਦੇ ਤੌਰ ਤੇ ਟਰਾਈ ਕੀਤਾ। ਬਾਕੀ ਜੇ ਉਹ ਕਾਂਗਰਸ ਵੀ ਸਿੰਗਲ ਪਾਰਟੀ ਕਦੇ ਨਹੀਂ ਆ ਪਾਈ ਬਹੁਤ ਲੰਮੇ ਸਮੇਂ ਤੋਂ, ਔਰ ਇਸ ਕਰਕੇ ਉਹਨੂੰ ਵੀ ਇਹ ਅਹਿਸਾਸ ਹੋਇਆ ਕਿ ਜਿਹੜੀ ਇੱਕ ਵੱਡੀ ਪਾਰਟੀ ਹੋਣ ਦੇ ਬਾਵਜੂਦ ਅੱਜ ਦੇ ਅਲਾਇੰਸ ਦੇ ਵਿੱਚ ਹਮੇਸ਼ਾ ਹੀ ਮੇਰਾ ਹੀ ਲੀਡਰ ਰਹੂਗਾ, ਮੇਰਾ ਹੀ ਪ੍ਰਧਾਨ ਮੰਤਰੀ, ਮੈਂ ਹੀ ਡਿਕਟੇਟ ਕਰੂੰ, ਇਹ ਕਹਿਣ ਤੋਂ ਗੁਰੇਜ਼ ਕਰਨਾ ਪਊਗਾ। ਅੰਦਰ ਖਾਤੇ ਨਾਰਮਲੀ ਜਿਹਦਾ ਪ੍ਰਭਾਵ ਜ਼ਿਆਦਾ ਹੁੰਦਾ ਉਹਦੀ ਗੱਲ ਜ਼ਿਆਦਾ ਸੁਣ ਲਈ ਜਾਂਦੀ ਹੈ, ਪਰ ਉਹ ਮੇਲ ਕੇ ਚੱਲਦੇ ਨੇ ਮਮਤਾ ਤੋਂ ਲੈ ਕੇ ਬਾਕੀ ਮਾਮਲਿਆਂ ਦੇ ਵਿੱਚ ਵੀ ਸਭ ਨੂੰ। ਔਰ ਇਸੇ ਕਰਕੇ ਸ਼ਾਇਦ ਐਡਾ ਸਖਤ ਤੇ ਓਪਨ ਸਟੈਂਡ ਆਮ ਆਦਮੀ ਪਾਰਟੀ ਦੇ ਨਾਲ ਆਰਡੀਨੈਂਸ ਤੇ ਲੈਣਾ। ਕਾਂਗਰਸ ਵੀ ਕੋਈ ਫੈਡਰਲ ਸਟਰਕਚਰ ਲਈ ਬਹੁਤੀ ਜਾਣੀ ਨਹੀਂ ਜਾਂਦੀ ਪਾਰਟੀ, ਪਰ ਪਹਿਲੀ ਵਾਰ ਜਿਸ ਢੰਗ ਨਾਲ ਉਹਨਾਂ ਨੇ ਇਸ ਬਿੱਲ ਤੇ ਲਿਆ ਸਟੈਂਡ, ਮਤਲਬ ਉਹ ਕਿਤੇ ਨਾ ਕਿਤੇ ਉਸ ਪੋਲੀਟੀਕਲ ਗੇਮ ਨੂੰ ਚੇਂਜ ਕਰਨ ਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਦੀ ਚੱਲਦੀ ਸੀ, ਉਹਦੇ ਚ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਫੀਲ ਕਰਕੇ ਪਹਿਲੀ ਵਾਰ ਚਿੱਠੀਆਂ ਲਿਖਦੇ ਨੇ ਉਹਨਾਂ ਨੂੰ, ਕਾਂਗਰਸ ਨੂੰ, ਕਿ ਮੌਕਾ ਆਏ ਤੇ ਅਸੀਂ ਤੁਹਾਡੇ ਨਾਲ ਰਹਾਂਗੇ ਹਮੇਸ਼ਾ ਹੀ। ਜਦੋਂ ਵੀ ਤੁਸੀਂ ਮਤਲਬ ਜਦੋਂ ਕੋਈ ਮੌਕਾ ਆਇਆ ਅਸੀਂ ਤੁਹਾਡੇ ਜਿਹੜੀ ਇਹ ਦਰਿਆ ਦਿਲੀ ਹੈ ਇਹਦਾ ਜਵਾਬ ਦੇਵਾਂਗੇ, ਮਤਲਬ ਕੋਈ ਨਾ ਕੋਈ ਫਾਇਦਾ ਉਸ ਲੈਵਲ ਤੇ। ਹੁਣ ਸਵਾਲ ਇਹ 2 ਸਟੇਟਾਂ ਦਾ ਹੀ ਹੈ ਵੀ ਜਿਹਦੇ ਚ ਆਮ ਆਦਮੀ ਪਾਰਟੀ ਜਾ ਹੋਵੇ। ਮੈਨੂੰ ਲੱਗਦਾ ਕਿ ਇਸ ਸਟੇਜ ਦੇ ਵਿੱਚ ਦੋਨੋਂ ਪਾਰਟੀਆਂ ਨੂੰ ਸੂਟੇਬਲ ਨਹੀਂ ਹੈ। ਪੰਜਾਬ ਦੀ ਕਾਂਗਰਸ ਨੂੰ ਨੁਕਸਾਨ ਇੱਥੇ ਲੱਗ ਸਕਦਾ ਹੈ, ਆਲ ਇੰਡੀਆ ਲੈਵਲ ਦਾ ਅਲਾਇੰਸ ਬਣਿਆ ਰਹੇ, ਉਹ ਇੱਕ ਔਰਾ, ਉਹ ਇੱਕ ਗੇਮ ਉਸ ਤੱਕ ਦੀ ਚੱਲਦੀ ਰਹੇ, ਉਹ ਚ ਕਾਂਗਰਸ ਜੇਤੂ ਹੈਸੀਅਤ ਚ ਨਿਕਲ ਕੇ ਆਏਗੀ, ਕਿਉਂਕਿ ਉਹਨੂੰ ਚਲਾਉਣਾ ਬੁਨਿਆਦੀ ਤੌਰ ਤੇ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਉਹ ਜਿਹੜੇ ਨਿਊਕਲੀਅਸ ਹੁੰਦੀ ਹੈ, ਮੇਨ ਪਾਰਟੀ ਹੈ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਸਭ ਨੂੰ ਨਾਲ ਲੈ ਕੇ ਚੱਲਣਾ, ਛੋਟਿਆਂ ਨੂੰ ਮਾੜੀਆਂ ਮੋਟੀਆਂ ਇੱਧਰ ਉੱਧਰ ਕਰਕੇ ਵੀ। ਉਹ 4 ਸੀਟਾਂ ਘੱਟ ਵੀ ਲੈ ਲੈਣਗੇ, ਉਹਨਾਂ ਨੂੰ ਨਹੀਂ ਫਰਕ ਪੈਣਾ। ਜਿਹੜਾ ਪਹਿਲਾਂ ਹੀ ਛੋਟਾ ਹੈ, ਜੇ ਉਹ 4 ਸੀਟਾਂ ਤੋਂ ਘੱਟ ਮੰਗੋਗੇ ਤਾਂ ਉਹਦੇ ਕੋਲ ਬਹੁਤ ਫਰਕ ਪੈਂਦਾ ਹੈ ਉਹ ਸਾਰੇ ਮਾਮਲਿਆਂ ਦੇ ਉੱਤੇ। ਇਸ ਕਰਕੇ ਦੋਨਾਂ ਦੀ ਬਰਾਬਰਤਾ ਦੀ ਗੱਲ ਹੁੰਦੀ ਹੈ ਕਿ ਅਲਾਇੰਸ ਚੱਲਦਾ ਵੀ ਤਾਂ ਹੀ ਹੈ, ਦੋਨਾਂ ਦੀ ਮਜਬੂਰੀ ਵੀ ਬਰਾਬਰੀ ਦੀ ਹੋਵੇ ਤੇ ਦੋਨਾਂ ਨੂੰ ਲੱਗਦਾ ਵੀ ਹੋਵੇ ਕਿ ਇਹਦੇ ਤੋਂ ਬਿਨਾਂ ਕੰਮ ਨਹੀਂ ਚੱਲਣਾ। ਇਸੇ ਕਰਕੇ ਜੇ ਤੁਸੀਂ ਦੇਖਿਆ ਕਿ ਉਹਨਾਂ ਨੇ ਆਪਣੇ ਸਪੋਕਸਪਰਸਨ ਨੂੰ ਵੀ ਰੋਕਤਾ ਵੀ ਨਹੀਂ ਕਹੋ, ਔਰ ਇਹ ਮੇਰੇ ਖਿਆਲ ਟੈਕਟੀਕਲ ਅਪਰੋਚ ਹੁੰਦੀ ਹੈ ਹਰ ਪਾਰਟੀ ਦੀ। ਉਹਨੇ ਆਪਣੇ ਬੰਦਿਆਂ ਨੂੰ ਵੀ ਸਰਗਰਮ ਰੱਖਣਾ ਉਸ ਹੱਦ ਤੱਕ ਜਿੱਥੇ ਤੱਕ ਲੈ ਕੇ ਜਾਣਗੇ, ਉਹਨੇ ਉਸ ਅਲਾਇੰਸ ਨੂੰ ਵੀ ਮਤਲਬ ਵਾਟਰ ਟੈਸਟ ਵੀ ਕਰਦੇ ਰਹਿਣਾ। ਕਿਸੇ ਨੇ ਇੱਕ ਬਿਆਨ ਦੇਤਾ, ਦੂਜੇ ਨੇ ਆਹ ਕਰਤਾ, ਤੀਜੇ ਨੇ ਕੁਝ ਦੇਤਾ,
ਇਹ ਵਾਟਰ ਟੈਸਟਿੰਗ ਦੀਆਂ ਚੀਜ਼ਾਂ ਨੇ ਸ਼ਾਇਦ, ਜਿਹੜਾ ਹੈ ਜੀ। ਭਗਵੰਤ ਮਾਨ ਉਹਨਾਂ ਦਾ ਐਟੀਟਿਊਡ। ਭਗਵੰਤ ਮਾਨ ਦੀ ਹਾਈ ਕਮਾਂਡ ਜਿਹੜੀ ਹੈ, ਭਗਵੰਤ ਮਾਨ ਖੁਦ ਹਾਈ ਕਮਾਂਡ ਆਪਣੇ ਆਪ ਨੂੰ ਸਵੀਕਾਰ ਕਰਦੇ ਆ ਕਿ ਲਾ ਐਡੀ ਗੱਲ ਨਹੀਂ ਹੈ ਕਿ ਉਹਨੂੰ ਤੁਸੀਂ ਸਟੇਟ ਦਾ ਲੀਡਰ ਕਹੋ ਤੇ ਬਾਕੀ ਕਹਿਣ ਵੀ ਇਹ ਹੈ। ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਕਿਹਾ ਸੀ ਕਿ ਪਹਿਲੀ ਵਾਰ ਨੈਸ਼ਨਲ ਪੋਲਿਟਿਕਸ 'ਚ ਪੰਜਾਬੀਆਂ ਦੀ ਸੱਦ ਪੁੱਛ ਬਣਨ ਲੱਗੀ ਹੈ, ਅਸੀਂ ਐਂ ਕਰਾਂਗੇ ਤੁਹਾਡੇ ਸਾਹਮਣੇ, ਕਿਉਂਕਿ ਭਗਵੰਤ ਮਾਨ ਸਾਰੀ ਦੇਸ਼ ਦਾ ਗੇੜਾ ਕੇਜਰੀਵਾਲ ਨਾਲ ਲਾ ਕੇ ਆਏ ਆ। ਅਸੀਂ ਤਾਂ ਕਹਿੰਦੇ ਰਹੇ ਨਾ ਪੰਜਾਬ ਦੇ ਕਾਂਗਰਸੀ ਦਾ ਜਾਂ ਬਾਕੀ ਵੀ ਇਹ ਪੰਜਾਬ ਦਾ ਹੈਲੀਕਾਪਟਰ ਲੈ ਕੇ ਚੱਲਿਆ ਕੱਲਾ, ਉਹਦੇ ਨਾਲ ਇੱਕ ਦਿੱਖ ਵੀ ਬਣਦੀ ਹੈ ਨੈਸ਼ਨਲ ਲੈਵਲ ਤੇ। ਹਰ ਗੱਲ 'ਚ ਤੁਸੀਂ ਦੋਨੋਂ ਸਾਹਮਣੇ ਬੈਠੇ ਹੁੰਦੇ ਹੋ, ਦੋਨੋਂ ਬੈਠ ਕੇ ਗੱਲ ਕਰਦੇ ਹੋ, ਤਾਂ ਇੱਕ ਸਟੇਚਰ ਵੀ ਬਣਦਾ ਨਾਲ ਦੀ ਨਾਲ ਉਹ ਸਾਰੇ ਮਾਮਲੇ ਦਾ। ਇਹ ਕੋਈ ਬੜੀ ਵਜ੍ਹਾ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਨੂੰ ਭਗਵੰਤ ਮਾਨ ਕੰਪੀਟੀਟਰ ਲੱਗਣ ਲੱਗ ਜੇ ਤੇ ਆਪਸ ਦੇ ਵਿੱਚ ਰੈਗੂਲਰਲੀ ਆਪਸ ਦੇ ਵਿੱਚ ਵੀ ਪੈਂਦੀ ਹੈ। ਜਦੋਂ ਅੰਦਰਲੀ ਪਾਰਟੀ ਦੇ ਵਿੱਚ ਕੋਈ ਬਰਾਬਰ ਦੇ ਖੜੇ ਹੁੰਦੇ ਨੇ, ਫੁੱਲ ਸਟੇਟ ਦਾ ਚੀਫ ਮਿਨਿਸਟਰ ਹੈ, ਉਹ ਅਜੇ ਹਾਫ ਸਟੇਟ ਦਾ ਚੀਫ ਮਿਨਿਸਟਰ ਹੈ, ਹਾਫ ਵੀ ਹੋਈ ਜੀ ਮਿਊਨਿਸਪੈਲਿਟੀ ਦਾ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ। ਇਸ ਲਈ ਅੰਦਰ ਤੇ ਬਾਹਰ ਇਹ ਪਤਾ ਹੀ ਨਹੀਂ ਲੱਗਦਾ ਕਿ ਅੰਦਰ ਕਦ ਵੱਡੀ ਦੁਸ਼ਮਣੀ ਖੜੀ ਹੋ ਜਾਂਦੀ ਹੈ ਤੇ ਬਾਹਰ ਕਿੰਨੀ ਹੋਣੀ ਹੈ। ਤੇ ਭਗਵੰਤ ਮਾਨ ਕਿਉਂ ਪੁੱਛ ਕੇ ਇਹੋ ਜੀ ਗੱਲ ਕਰੇ, ਇਹੋ ਜਿਹਾ ਬਿਆਨ ਤਾਂ ਉਹਨੂੰ ਆਪ ਹੀ ਦੇਣਾ ਚਾਹੀਦਾ, ਠੀਕ ਗੱਲ ਵੀ ਹੈ, ਕਿਉਂਕਿ ਉਹ ਕਿਹੜਾ ਕਿਸੇ ਤੋਂ ਪੁੱਛ ਕੇ ਬਿਆਨ ਦੇਊਗਾ ਪੋਲੀਟੀਕਲ ਇਹੋ ਜਿਹਾ। ਔਰ ਇਸ ਮਾਮਲੇ 'ਚ ਉਹ ਕਾਂਗਰਸੀਆਂ ਨੂੰ ਇੱਥੇ ਜ਼ਰੂਰ ਹਿੱਟ ਕਰਨਾ ਚਾਹੁੰਦਾ, ਅਜੇ ਉਹ ਮੇਰੇ ਖਿਆਲ ਰੰਜਸ ਜੀ ਨਹੀਂ ਨਿਕਲੀ। ਜਦੋਂ ਤੁਸੀਂ ਅਲਾਇੰਸ 'ਚ ਹੁੰਦੇ ਹੋ ਉਦੋਂ ਸ਼ਬਦਾਵਲੀ ਥੋੜੀ ਜਿਹੀ ਨਰਮ ਰੱਖ ਲੈਂਦੇ ਹੋ, ਥੋੜਾ ਜਿਹਾ ਚੁਟਕਲੇਬਾਜ਼ੀ ਚੱਲ ਜਾਂਦੇ ਹੋ। ਉਹਨਾਂ ਕੋਲੇ ਭਾਸ਼ਾ ਹੈਗੀ, ਵਿਅੰਗ ਦੀ ਭਾਸ਼ਾ ਵੀ ਹੈਗੀ। ਐ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੇਲੇ 'ਚ ਚੱਕੀ ਰੋਣੇ ਨੂੰ ਕੌਣ ਪੁੱਛਦਾ, ਮੇਲੇ 'ਚ ਫਲਾਨਾ ਨੂੰ ਕੌਣ ਪੁੱਛਦਾ। ਤੁਸੀਂ ਕੋਈ ਹੋਰ ਗੱਲ ਟਾਲ ਸਕਦੇ ਜੀ, ਅਜੇ ਨੈਗੋਸ਼ੀਏਸ਼ਨ ਜਾਰੀ ਨੇ, ਟ੍ਰਾਂਜੀਸ਼ਨਲ ਫੇਜ਼ ਹੈ, ਜੋ ਵੀ ਫੈਸਲਾ ਹੋਏਗਾ ਅਸੀਂ ਉਹ ਕਰਾਂਗੇ ਜੋ ਪੰਜਾਬ ਤੇ ਦੇਸ਼ ਦੇ ਹਿੱਤ 'ਚ ਹੋਏਗਾ। ਇਹ ਕੋਈ ਬੜੀ ਗੱਲ ਨਹੀਂ, ਕਰਨ ਲਈ ਤਾਂ ਤੁਸੀਂ ਕਹਿ ਸਕਦੇ ਹੋ ਚੀਜ਼। ਤੁਸੀਂ ਠੀਕ ਕਹਿ ਰਹੇ ਹੋ ਕਿ ਇਸੇ ਕਰਕੇ ਦਿੱਲੀ ਦੀਆਂ ਟੀਮਾਂ ਹਰ ਪੱਧਰ ਦੇ ਉੱਤੇ ਕਾਰਜਸ਼ੀਲ ਰਹਿੰਦੀਆਂ ਨੇ। ਪੰਜਾਬ ਦੇ ਵਿੱਚ ਵੀ ਸਕੱਤਰੇਤ ਦੇ ਵਿੱਚ ਵੀ ਲੋਕ ਬੈਠੇ ਹੋਏ ਨੇ ਔਰ ਜ਼ਿਲ੍ਹਿਆਂ ਦੇ ਵਿੱਚ ਵੀ ਲੋਕ ਬੈਠੇ ਹੋਏ ਨੇ। ਉਹਨਾਂ ਦੀ ਨਜ਼ਰ ਮੰਤਰੀਆਂ ਤੋਂ ਲੈ ਕੇ ਐਮਐਲਏਜ਼ ਤੱਕ ਤੇ ਨਵੇਂ ਬਣੇ ਚੇਅਰਮੈਨਾਂ ਤੱਕ ਸਭ ਨੂੰ ਡਿਕਟੇਟ ਕਰਨ ਵਾਲੀ ਹੁੰਦੀ ਆ। ਕਿਹੜਾ ਕਦੋਂ ਤੇ ਕਿਵੇਂ ਅੱਗੇ ਵਧਾਉਣਾ ਹੈ ਉਹ ਉਹਨਾਂ ਦੇ ਹੱਥ 'ਚ ਹੀ ਆ। ਇਹ ਨਜ਼ਰ ਆਉਂਦਾ ਹੁੰਦਾ ਕਿਸੇ ਵੇਲੇ ਕਿ ਮੈਂ ਬਹੁਤ ਪਾਵਰਫੁਲ ਹੈ ਔਰ ਮੈਂ ਹੀ ਪਾਵਰਫੁਲ ਹੈ, ਲੇਕਿਨ ਬਹੁਤ ਤੇਜ਼ ਤਰਾਰ ਸਿਆਸਤਦਾਨ ਭਾਵੇਂ ਥੋੜੇ ਸਮੇਂ ਦੇ ਵਿੱਚ ਹੀ ਬਣੇ ਹੋਣ, ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਬਟਨ ਕਿੱਥੇ ਨੱਪਣਾ ਹੈ। ਖੈਰ ਤੁਸੀਂ ਉਹ ਬਹੁਤ ਸੋਹਣੀ ਗੱਲ ਕੀਤੀ ਆ, ਮੈਂ ਲੰਬੀ ਗੱਲ ਨਾ ਕਰਾਂ ਕਿ ਪਹਿਲਾਂ ਤਾਂ ਬੀਜੇਪੀ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ ਨੁਕਸਾਨ ਕਰਨ ਲਈ ਸੋਚ ਕੇ ਅੱਗੇ ਵਧਾਉਂਦੀ ਰਹੀ, ਪਰ ਜਦੋਂ ਲੱਗਿਆ ਕਿ ਇਹ ਬਹੁਤ ਛਾਲਾਂ ਮਾਰ ਕੇ ਅੱਗੇ ਵਧ ਰਿਹਾ ਤਾਂ ਫਿਰ ਦਿੱਲੀ 'ਚ ਪੰਗੇ ਪੈਣੇ ਸ਼ੁਰੂ ਹੋ ਗਏ। ਕਿਉਂਕਿ ਜੇ ਘਰ ਸੁਰੱਖਿਅਤ ਨਾ ਹੋਵੇ ਤੇ ਬੰਦਾ ਬਾਹਰ ਖੁੱਲ ਕੇ ਲੜ ਨਹੀਂ ਸਕਦਾ। ਤੇ ਲਗਭਗ ਐਕਸਾਈਜ਼ ਵਾਲੇ ਮਾਮਲੇ ਤੋਂ ਬਾਅਦ ਕੇਜਰੀਵਾਲ ਸਾਹਿਬ ਬਾਹਰ ਲੜ ਨਹੀਂ ਸਕੇ, ਉਲਝਾ ਲਏ ਗਏ। ਤੇ ਇਸ ਉਲਝਾਉਣ ਦੇ ਵਿੱਚ ਹੀ ਹੁਣ ਸਾਰੀ ਬਾਕੀ ਗੱਲ ਅੱਗੇ ਵਧ ਰਹੀ ਹੈ। ਕਿੱਥੋਂ ਤੱਕ ਵੱਧਦੀ ਆ ਜਾਂ ਕੋਈ escape route ਭਾਲਿਆ ਜਾਂਦਾ, ਕੇਜਰੀਵਾਲ ਸਾਹਿਬ ਹੌਲੀ ਜਿਹੀ ਕਿਸੇ ਜਗ੍ਹਾ ਤੇ ਬਹਾਨਾ ਬਣਾ ਕੇ ਨਿਕਲਣਗੇ, ਇਹ ਸਵਾਲ ਅਜੇ ਵੀ ਵੱਡੇ ਸਿਆਸੀ ਘੇਰਿਆਂ 'ਚ ਘੁੰਮਦਾ ਰਹਿੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ। ਜੀ ਸ਼ੁਕਰੀਆ।